ਤੇ ਐਮਐਲਏ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ ਫਿਰ? ਬਹੁਤ ਜ਼ਿਆਦਾ ਸਬਰ ਤੈਅ ਕਰਨਾ ਪੈਂਦਾ ਐਮਐਲਏ ਨਾਲ। ਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜਨਤ ਸੇ ਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਵੀਡੀਓ ਖੁਸ਼ੀ ਗੱਲ ਆ। ਹੈਲੋ ਹੈਲੋ, ਅੱਖਾਂ ਬਹੁਤ ਸੋਹਣੀਆਂ ਬੱਚੇ ਦੀ। ਇੱਕ ਵਿਵਾਦ ਤੁਹਾਡੇ ਏਰੀਆ ਨੂੰ ਲੈ ਕੇ ਚੱਲਿਆ ਸੀ ਕਿ ਮੈਂ ਪੁੱਛਣਾ ਚਾਹੁੰਦਾ ਕਿ ਉਹ ਸੋਲਵ ਹੋ ਗਿਆ, ਜਿਸ ਦੇ ਵਿੱਚ ਚੰਨੀ ਸਾਹਿਬ ਦੇ ਬ੍ਰਦਰ ਤੇ ਤੁਸੀਂ ਕਹਿੰਦੇ ਸੀ ਕਿ ਹਲਕੇ ਦੇ ਵਿੱਚ ਉਹ ਕੋਈ ਮੂਵਮੈਂਟ ਵਧਾ ਰਹੇ ਨੇ, ਕੀ ਉਹ ਮਸਲਾ ਹੱਲ ਹੋ ਗਿਆ? ਕਿ ਗੁਰਪ੍ਰੀਤ ਸਿੰਘ ਜੀਪੀ ਖੁਦ ਤਾਂ ਐਮਐਲਏ ਨੇ, ਲੋਕਾਂ ਦੀ ਸੇਵਾ 'ਚ ਲੱਗੇ ਨੇ, ਔਰ ਉਹਨਾਂ ਦਾ ਅਸਲ ਕੰਮਕਾਰ ਕੀ ਹੈ, ਬਿਜ਼ਨਸ ਕੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਜਦੋਂ ਤੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ 5 ਲੋਕਾਂ ਤੋਂ ਵੱਧ ਡੋਰ ਟੂ ਡੋਰ ਕੰਪੇਨ ਨਹੀਂ ਕਰ ਸਕਦੇ ਉਮੀਦਵਾਰ, ਸਾਰੇ ਰੋਡ ਸ਼ੋਅ ਬੰਦ ਨੇ, ਰੈਲੀਆਂ ਬੰਦ ਨੇ, ਔਰ ਇਹ ਸਮਾਂ ਦਿੱਤਾ ਗਿਆ 15 ਜਨਵਰੀ ਤੱਕ। ਹੁਣ ਇਸ ਸਭ ਦੇ ਵਿਚਾਲੇ ਇਹ ਸੰਭਾਵਨਾਵਾਂ ਬਹੁਤ ਜ਼ਿਆਦਾ ਨੇ ਕਿ ਜਿਹੜੇ ਉਮੀਦਵਾਰ ਨੇ ਜਾਂ ਲੀਡਰ ਨੇ ਉਹ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਨਗੇ, ਜਾਣੀ ਜਾਣੇ ਦੇ ਵਿੱਚ ਅਣਜਾਣੇ ਦੇ ਵਿੱਚ ਹੋ ਸਕਦੀਆਂ ਉਲੰਘਣਾਵਾਂ ਹੋਣਗੀਆਂ। ਔਰ ਅਸੀਂ ਇਹਨਾਂ ਹਦਾਇਤਾਂ ਦੇ ਚੱਲਦਿਆਂ ਅਸੀਂ ਇੱਕ ਵਿਧਾਇਕ ਦੇ ਨਾਲ ਅੱਜ ਸਾਰਾ ਦਿਨ ਗੁਜ਼ਾਰਾਂਗੇ। ਉਹ ਵਿਧਾਇਕ ਨੇ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਦੇ ਮੌਜੂਦਾ ਵਿਧਾਇਕ ਨੇ। ਹਾਲਾਂਕਿ ਜਿਸ ਵੇਲੇ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਕੁਝ ਸਮੇਂ ਬਾਅਦ ਜਿਹੜੀ ਕਾਂਗਰਸ ਦੀ ਇੱਕ ਸੂਚੀ ਜਾਰੀ ਹੋਣ ਦੀਆਂ ਖਬਰਾਂ ਜ਼ਰੂਰ ਨੇ, ਪਰ ਜਦੋਂ ਤੱਕ ਤੁਹਾਡੇ ਤੱਕ ਇਹ ਪ੍ਰੋਗਰਾਮ ਪਹੁੰਚਣਾ ਹੈ ਉਦੋਂ ਤੱਕ ਸ਼ਾਇਦ ਇਹ ਸੂਚੀ ਜਾਰੀ ਵੀ ਹੋ ਜਾਵੇ। ਪਰ ਅੱਜ ਅਸੀਂ ਪੂਰਾ ਦਿਨ ਜਿਹੜਾ ਉਹ ਗੁਰਪ੍ਰੀਤ ਜੀਪੀ ਹੋਰਾਂ ਦੇ ਨਾਲ ਬਿਤਾਵਾਂਗੇ। ਔਰ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਮਸ਼ਹੂਰ ਢਾਬੇ ਤੇ ਹਾਂ, ਜਿੱਥੇ ਜੀਪੀ ਸਾਹਿਬ ਆਏ ਨੇ, ਕੁਝ ਲੋਕਾਂ ਦੇ ਨਾਲ ਮਿਲਣੀ ਕਰਨੀ ਸੀ, ਮਿਲ ਰਹੇ ਨੇ, ਔਰ ਅਸੀਂ ਉੱਥੇ ਪਹੁੰਚੇ ਹਾਂ। ਇੱਥੋਂ ਉਹਨਾਂ ਦੇ ਨਾਲ, ਉਹਨਾਂ ਦੇ ਕਾਫਲੇ ਦੇ ਨਾਲ ਅਸੀਂ ਪਿੰਡਾਂ 'ਚ ਵੀ ਜਾਵਾਂਗੇ, ਕਿਸ ਤਰੀਕੇ ਦੇ ਪ੍ਰੋਗਰਾਮ ਕਰ ਰਹੇ ਨੇ ਔਰ ਕਿਵੇਂ ਹਦਾਇਤਾਂ ਦੀ ਪਾਲਣਾ ਕਰ ਰਹੇ ਨੇ, ਔਰ ਸਭ ਤੋਂ ਜ਼ਰੂਰੀ ਕਿ ਲੋਕ ਉਹਨਾਂ ਦੇ ਬਾਰੇ ਕੀ ਸੋਚਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕਾਂ ਦੇ ਨਾਲ ਉਹ ਮਿਲ ਰਹੇ ਨੇ, ਡੋਰ ਟੂ ਡੋਰ ਕੰਪੇਨ ਵੀ ਕਰ ਰਹੇ ਆ, ਉਹਨਾਂ ਨਾਲ ਵੀ ਅਸੀਂ ਮਿਲੀਏ, ਉਹਨਾਂ ਤੋਂ ਵੀ ਜਾਣੀਏ ਕਿ ਕੀ ਸੱਚਮੁੱਚ ਉਹਨਾਂ ਨੂੰ ਇਹਨਾਂ ਦਾ ਇਹ ਕਾਰਜਕਾਲ, ਗੁਰਪ੍ਰੀਤ ਜੀਪੀ ਹੋਰਾਂ ਦਾ 5 ਸਾਲ ਦਾ ਕਾਰਜਕਾਲ ਲੋਕਾਂ ਨੂੰ ਪਸੰਦ ਆਇਆ ਜਾਂ ਨਹੀਂ। ਤਾਂ ਚੱਲਦੇ ਹਾਂ ਐਮਐਲਏ ਸਾਹਿਬ ਕੋਲ। ਐਮਐਲਏ ਸਾਹਿਬ ਖਾਣਾ ਖਾ ਕੇ ਵਿਹਲੇ ਹੋ ਗਏ ਨੇ ਔਰ ਸਾਡੇ ਨਾਲ ਹੁਣ ਗੱਲਾਂ ਬਾਤਾਂ ਕਰਨਗੇ, ਕਿਉਂਕਿ ਸਮਾਂ ਲਗਭਗ ਦੁਪਹਿਰ ਦਾ ਹੈ। ਔਰ ਇਸ ਤੋਂ ਬਾਅਦ ਇਹਨਾਂ ਦੇ ਰੁਝੇਵੇਂ, ਕਿਉਂਕਿ ਇੱਕ ਪਾਸੇ ਚੋਣ ਕਮਿਸ਼ਨ ਦੇ ਵੱਲੋਂ ਕੁਝ ਸਖਤ ਹਦਾਇਤਾਂ ਕਿ ਤੁਸੀਂ 5 ਤੋਂ ਵੱਧ ਲੋਕਾਂ ਦੇ ਨਾਲ ਡੋਰ ਟੂ ਡੋਰ ਕੰਪੇਨਿੰਗ ਨਹੀਂ ਕਰ ਸਕਦੇ, ਰੈਲੀਆਂ ਨਹੀਂ ਕਰ ਸਕਦੇ, ਵਰਚੁਅਲ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰਨੀ ਆ। ਤਾਂ ਇਸ ਸਭ ਦੇ ਵਿਚਾਲੇ ਜਦੋਂ ਤੋਂ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਜਾਰੀ ਹੋਈਆਂ ਨੇ, ਖਾਸ ਕਰਕੇ ਉਮੀਦਵਾਰਾਂ ਨੂੰ, ਲੀਡਰਾਂ ਨੂੰ, ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕੰਪੇਨ ਜਿਹੜੀ ਉਹ ਕੀਤੀ ਜਾ ਰਹੀ ਹੈ, ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਐਮਐਲਏ ਸਾਹਿਬ ਦੇ ਨਾਲ ਰਹੀਏ ਔਰ ਦੇਖੀਏ ਕਿ ਕਿਵੇਂ ਹੈਂਡਲ ਕਰ ਰਹੇ ਨੇ। ਔਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਐਮਐਲਏ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਐਮਐਲਏ ਸਾਹਿਬ, ਹਦਾਇਤਾਂ ਕਾਫੀ ਸਖਤ ਹੋ ਗਈਆਂ, ਕਿਵੇਂ ਹੈਂਡਲ ਕਰ ਰਹੇ ਹੋ ਅਸੀਂ? ਐਕਚੁਅਲੀ ਜਿਹੜੀਆਂ ਹਦਾਇਤਾਂ ਨੇ ਬੜੀਆਂ ਸਖਤ ਨੇ ਤੇ ਹਦਾਇਤਾਂ ਨਾਲ ਬੜੀ ਪ੍ਰੋਬਲਮ ਵੀ ਆਉਂਦੀ ਹੈ, ਕਿਉਂਕਿ ਇਹਨਾਂ ਨੇ ਕਿਹਾ ਵੀ ਇਨਕਲੂਡ ਲੀਡਰ ਦੇ ਨਾਲ 5 ਬੰਦੇ ਚਾਹੀਦੇ ਨੇ। ਕੰਪੇਨ ਕਰਨਾ ਬੜਾ ਔਖਾ ਉਹ ਕੰਮ ਹੋ ਜਾਂਦਾ, ਤੇ ਹੁਣ ਡੋਰ ਟੂ ਡੋਰ ਅੰਦਰ ਜਾਂਦੇ ਹਾਂ ਘਰਾਂ 'ਚ, ਉੱਥੇ ਗੱਲਬਾਤ ਕਰਨ ਦਾ ਮੌਕਾ ਮਿਲਦਾ। ਪਰ
ਸਮਾਂ ਘੱਟ ਹੈ ਲੋਕਾਂ ਤੱਕ, ਸਮਾਂ ਘਰ ਘਰ ਪਹੁੰਚਣਾ, ਲੋਕਾਂ ਨੂੰ ਆਪਣੀ ਗੱਲ ਜਿਹੜੀ ਇੱਕ ਵੱਡੇ ਇਕੱਠ ਦੇ ਵਿੱਚ ਕਹਿ ਦੇਣੀ, ਘਰ ਘਰ ਜਾ ਕੇ ਕਹਿਣੀ ਮੁਸ਼ਕਲ ਤੱਕ ਬੜੀ ਮੁਸ਼ਕਲ ਹੁੰਦੀ ਹੈ। ਪਿੱਛੇ ਬਹੁਤ ਵੱਡੀ ਰੈਲੀ ਕੋਡ ਆਫ ਕਨੈਕਟ ਤੋਂ ਪਹਿਲਾਂ ਬਹੁਤ ਵੱਡੀ ਰੈਲੀ ਮੈਂ ਇਕੱਠੀ ਕੀਤੀ ਸੀਗੀ ਤੇ ਆਪਣਾ ਪਹਿਲਾਂ ਚੰਨੀ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਚੰਨੀ ਜੀ ਕੁਝ ਕਾਰਨ ਕਰਕੇ ਕਿਸਾਨ ਦੀ ਮੀਟਿੰਗ ਸੀ ਉਹ ਆ ਨਹੀਂ ਸਕੇ। ਬਾਅਦ ਚ ਨਵਜੋਤ ਸਿੱਧੂ ਜਿਹੜਾ ਇਕੱਠ ਹੋਇਆ ਉਹ ਤਾਂ ਬਹੁਤ ਜ਼ਿਆਦਾ ਇੱਥੇ ਇਕੱਠ ਹੋਇਆ ਤੇ ਲੋਕ ਐਵੇਂ ਟਰਾਲੀਆਂ ਭਰ ਕੇ ਆਏ ਨੇ ਵੀ ਜਿਵੇਂ ਹਜੂਮ ਲੱਗ ਗਿਆ ਹੁੰਦਾ, ਜਿਵੇਂ ਲੋਕਾਂ ਨੂੰ ਚਾਅ ਹੁੰਦਾ ਵੀ ਮੈਂ ਜੀਪੀ ਦੀ ਮਦਦ ਕਰਨੀ ਹੈ, ਇਸ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਇੱਥੋਂ ਜਿਤਾਉਣਾ। ਐਮਐਲਏ ਸਾਹਿਬ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ। ਤੁਹਾਡੀ ਜਿਹੜੀ ਸਿਆਸਤ ਦੇ ਪਿੜ ਦੇ ਵਿੱਚ ਆਉਣਾ, ਸਿਆਸਤ ਦੇ ਮੈਦਾਨ ਦੇ ਵਿੱਚ ਆਉਣਾ, ਇਹ ਕਿੱਦਾਂ ਦੀ ਸ਼ੁਰੂਆਤ ਸੀਗੀ ਤੁਹਾਡੀ? ਕਿਉਂਕਿ ਖਾਸ ਕਰਕੇ ਨੌਜਵਾਨ ਬਹੁਤ ਘੱਟ ਸਾਡੇ ਐਸਾ ਸੋਚਦੇ ਆ ਕਿ ਅਸੀਂ ਸੋਚਦੇ ਹੁੰਦੇ ਆ ਕਿ ਸਿਆਸਤ ਸਾਡੇ ਤੋਂ ਬਹੁਤ ਵੱਡਾ ਇੱਕ ਐਸਾ ਇਸ਼ੂ ਆ ਜਿਹੜਾ ਅਸੀਂ ਛੇੜਨਾ ਤਾਂ ਸਾਡੇ ਲਈ ਬਹੁਤ ਔਖੀ ਗੱਲ ਆ, ਸਿਆਸਤ 'ਚ ਜਾਣਾ ਬੜਾ ਔਖਾ। ਐਕਚੁਅਲੀ ਛੋਟੇ ਹੁੰਦੇ ਜਦੋਂ ਪਿੰਡ 'ਚ ਬੂਥ ਬੜੀ ਪੈਣ ਦੀ ਆਦਤ ਸੀ, ਵੋਟਾਂ ਪਾਉਣ ਦੀ ਵੀ, ਜਿਵੇਂ ਜਿੱਦਾਂ 11 ਸਾਲ ਦੀ ਉਮਰ ਸੀ ਮੇਰੀ, 12 ਸਾਲ ਦੀ, ਉਹ ਬੜਾ ਪਿੰਡਾਂ ਦਾ ਹੁੰਦਾ ਜੀ ਮਾਹੌਲ, ਜਾ ਕੇ ਜਿਵੇਂ ਬੂਥ ਤੇ ਬਹਿਣਾ, ਕਿਸੇ ਨੇ ਵੋਟ ਪਾਉਣਾ ਆਉਣਾ ਤੇ ਉਹਨਾਂ ਦੀ ਪਰਚੀ ਕੱਟ ਕੇ ਦੇਣੀ ਤੇ ਉੱਤੇ ਮਤਲਬ 800 ਵੋਟਾਂ ਸ਼ੁਰੂ ਹੁੰਦੀਆਂ। ਯਾਨੀ ਲੀਡਰਾਂ ਵਾਲਾ ਕੀੜਾ ਪਹਿਲਾਂ ਹੀ ਸੀ। ਕੀੜਾ ਤਾਂ ਹੈਗਾ ਸੀ ਜੀ, ਇਹ ਸ਼ੁਰੂ ਤੋਂ ਇਹ ਗੱਲ ਸੀ ਵੀ ਐਮਐਲਏ ਦੇ ਦੇ ਵੀ ਐਮਐਲਏ ਬੜੀ ਟੌਰ ਲੱਗਦੀ ਹੈ ਕਿ ਐਮਐਲਏ ਬਣਨਾ, ਪਰ ਐਮਐਲਏ ਬਣਨਾ ਬਹੁਤ ਮੁਸ਼ਕਲ ਹੈ ਤੇ ਬਹੁਤ ਹੀ ਜ਼ਿਆਦਾ ਸੰਘਰਸ਼ ਕਰਨਾ ਪੈਂਦਾ। ਮੈਨੂੰ 27 ਸਾਲ ਇਹ ਲੱਗ ਗਏ ਸਫ਼ਰ ਤੈਅ ਕਰਨ 'ਚ, ਬਹੁਤ ਜ਼ਿਆਦਾ ਜਿਵੇਂ ਪਾਰਟੀ ਸੇਵਾ ਕੀਤੀ ਹੈ, ਬਲਾਕ ਪ੍ਰੈਜ਼ੀਡੈਂਟ ਤੌਰ ਤੇ, ਵਾਈਸ ਪ੍ਰੈਜ਼ੀਡੈਂਟ ਯੂਥ ਕਾਂਗਰਸ ਵੀ ਘੱਟੋ ਘੱਟ 10-12 ਸਾਲ ਦਾ ਯੂਥ 'ਚ ਹੀ ਲਾਏ ਨੇ ਤੇ ਬਾਕੀ ਐਨਐਸਯੂ 'ਚ ਲਾਏ ਨੇ ਤੇ ਵੱਡੀ ਕਾਂਗਰਸ। ਕਹਿਣ ਦਾ ਮਤਲਬ ਬਹੁਤ ਜ਼ਿਆਦਾ ਸਫ਼ਰ ਤੈਅ ਕਰਨਾ ਪੈਂਦਾ ਐਮਐਲਏ ਬਣਨ। ਤੇ ਐਮਐਲਏ ਦੀ ਲਾਈਫ ਕਿੱਦਾਂ ਦੀ ਹੁੰਦੀ ਆ ਫਿਰ? ਐਮਐਲਏ ਲੋਕ ਮੰਨਦੇ ਨੇ ਕਿ ਜਿਵੇਂ ਤੁਸੀਂ ਵੀ ਕਹਿੰਦੇ ਸੀ, ਸੁਣੇ ਕਹਿ ਕੇ ਹਟੇ ਹੋ ਕਿ ਲੋਕ ਮੰਨਦੇ ਨੇ ਕਿ ਐਮਐਲਏ ਦੀ ਲਾਈਫ ਬੜੀ ਸ਼ਾਨਦਾਰ ਹੁੰਦੀ ਹੈ, ਬੜੀ ਰਾਇਲ ਹੁੰਦੀ ਆ। 5-7 ਗੱਡੀਆਂ ਅੱਗੇ ਨੇ, 5-7 ਪਿੱਛੇ ਨੇ, ਨਾਲ ਤੁਹਾਨੂੰ ਬਾਡੀਗਾਰਡ ਮਿਲੇ ਨੇ ਔਰ ਬੜੀ ਟੌਰ ਹੈ। ਅੱਜ ਤਾਂ ਮੈਂ ਸਵੇਰੇ ਤਾਂ ਆਲਟੋ ਗੱਡੀ 'ਚ ਬਹਿ ਕੇ ਆਇਆ, ਇਕੱਲਾ ਹੀ ਆਇਆ ਗੱਡੀ 'ਚ, ਕਿਉਂਕਿ ਆਪਣੀ ਗੱਡੀ ਸਰਕਾਰੀ ਚਲਾ ਨਹੀਂ ਸਕਦੇ। ਅੱਜ ਸਵੇਰੇ ਆਲਟੋ ਗੱਡੀ 'ਚ ਮੈਨੂੰ ਕਈ ਬੰਦੇ ਮਿਲੇ, ਯਾਰ ਕਹਿੰਦੇ ਤੂੰ ਛੋਟੀ ਗੱਡੀ 'ਚ, ਮੈਂ ਯਾਰ ਐਮਐਲਏ, ਇਹ ਥੋੜੀ ਗੱਲ ਹੈ ਛੋਟੀ ਵੱਡੀ ਗੱਡੀ। ਲੋਕ ਕਹਿੰਦੇ ਹੋਣੇ ਐਮਐਲਏ ਬਣੇ ਹੋ, ਕੋਈ ਫਾਰਚੂਨਰ ਤਾਂ ਬਣਾਈ ਹੋਣੀਆਂ ਨੇ। ਨਹੀਂ ਜੀ, ਮੈਂ ਕੋਈ ਗੱਡੀ ਨਹੀਂ ਲਈ। ਚਲੋ ਦੋਸਤਾਂ ਮਿੱਤਰਾਂ ਦੀਆਂ ਮੇਰੀ ਗੱਡੀਆਂ ਹੈਗੀਆਂ ਨੇ ਤੇ ਮੇਰੇ ਚੰਗੇ ਮਿੱਤਰ ਸੱਜਣ ਨੇ, ਪਰ ਮੇਰੇ ਕੋਲ ਉਹੀ ਪੁਰਾਣੀ ਗੱਡੀ ਹੈ, ਜੇ 2013 ਮਾਡਲ ਹੈ, ਉਹੀ ਮੈਂ ਆਪਦੀ ਗੱਡੀ ਘਰੇ ਚਲਾ ਰਿਹਾ ਤੇ ਹੁਣ ਆਪਾਂ ਇਹ ਚਲਾ ਰਹੇ। ਕੰਪੇਨਿੰਗ ਚ ਆਲਟੋ ਚੱਲ ਰਹੀ ਹੈ ਫਿਰ? ਕੰਪੇਨ 'ਚ ਆਲਟੋ ਵੀ ਚੱਲਦੀ ਹੈ ਤੇ ਦੋਸਤ ਮਿੱਤਰ ਆ ਜਾਂਦੇ ਨੇ ਕੰਪੇਨ 'ਚ ਨਾ, ਜਿਹੜੇ ਮੇਰੇ ਸਾਥੀ ਨੇ, ਉਹ ਕੋਈ ਨੋਵਾ ਹੋਗੀ, ਕੋਈ ਦੂਜੀ ਗੱਡੀ। ਕਹਿਣ ਦਾ ਮਤਲਬ ਦੋਸਤ ਮਿੱਤਰ ਬਹੁਤ ਵੱਡਾ ਹੁੰਗਾਰਾ ਭਰਦੇ ਆ। ਤੁਹਾਡੇ ਵਿਰੋਧੀ ਕਹਿੰਦੇ ਆ ਕਿ ਜੇ ਵਿਰੋਧੀ ਪਾਰਟੀਆਂ ਸਾਰੀਆਂ ਦੀ ਮੈਂ ਗੱਲ ਕਰ ਲੈਣਾ ਕਿ ਕਾਂਗਰਸੀ ਐਮਐਲਏ ਲੁੱਟ ਕੇ ਖਾ ਗਏ, ਫਿਰ ਉਹ ਲੁੱਟਣ ਵਾਲੇ ਕੌਣ ਨੇ ਜੀ? ਤੁਸੀਂ ਤਾਂ ਕਹਿੰਦੇ ਹੋ ਕਿ ਸਾਡੇ ਕੋਲ ਤਾਂ ਅੱਜ ਵੀ ਗੱਡੀ ਆਲਟੋ ਹੀ ਹੈ। ਐਕਚੁਅਲੀ ਗੱਲ ਇਹ ਹੈ ਜੀ, ਮੈਨੂੰ ਤਾਂ ਨਹੀਂ ਕੋਈ ਲੱਗਿਆ ਵੀ ਲੁੱਟਣ ਵਾਲਾ। ਕਾਂਗਰਸ ਪਾਰਟੀ ਤਾਂ ਹਮੇਸ਼ਾ ਹੀ ਚੰਗੇ ਬੰਦਿਆਂ ਦੀ ਪਾਰਟੀ ਹੈ, ਕੋਈ ਇਦਾਂ ਦੀ ਗੱਲ ਨਹੀਂ। ਉਹ ਕੋਈ ਹੋਊਗਾ, ਹੁੰਦੇ ਨੇ ਜਿਹੜੇ ਬੰਦੇ ਨੇ ਅੱਗੇ ਤੋਂ ਜਿਹੜਾ ਸਕਸੈਸਫੁਲ ਹੋਣਾ ਹੁੰਦਾ, ਕੋਈ ਚੀਜ਼ ਨਹੀਂ ਪੈਂਦਾ। ਉਹ ਇਹ ਨਹੀਂ ਕਹਿੰਦਾ ਵੀ ਮੈਂ ਪਰਿਵਾਰ ਦੀ ਆਪਣੀ ਤਰੱਕੀ ਕਰਾਂ, ਸਗੋਂ ਆਪਾਂ ਨੂੰ ਤਰੱਕੀ ਆਪਣੇ ਪਰਿਵਾਰ ਦੀ ਨਹੀਂ ਤਰੱਕੀ ਕਰਨੀ ਚਾਹੀਦੀ, ਸਗੋਂ ਸਮਾਜ ਦੀ ਤਰੱਕੀ ਕਰਨੀ, ਹਲਕੇ ਦੀ ਤਰੱਕੀ ਕਰਨੀ ਚਾਹੀਦੀ ਹੈ। ਪਰਿਵਾਰ ਦੀ ਤਾਂ ਗੱਲ ਸੁਣੋ, ਜਿਹੜੇ ਪਸ਼ੂ ਹੈ ਉਹ ਵੀ ਦੇਖਦੇ ਨਾ, ਮਤਲਬ ਆਪਾਂ ਇਨਸਾਨ ਹੈ। ਕਿਸੇ ਨੇ ਐਮਐਲਏ ਬਣਾਇਆ ਜਾਂ ਕਿਸੇ ਨੇ ਤਾਕਤ ਦਿੱਤੀ ਹੈ, ਇਹ ਆਪਣੇ ਲਈ ਨਹੀਂ ਆਪਾਂ ਯੂਜ਼ ਕਰਨੀ, ਇਹ ਆਪਾਂ ਲੋਕਾਂ ਲਈ ਯੂਜ਼ ਕਰਨੀ। ਵੀ ਲੋਕਾਂ ਨੂੰ ਆਪਾਂ ਕਿੱਥੇ ਲੈ ਕੇ ਜਾਂਦੇ ਹਾਂ, ਆਪਣੇ ਹਲਕੇ ਨੂੰ ਕਿਵੇਂ ਤਰੱਕੀ ਕਰਾਉਂਦੇ ਹਾਂ। ਏਦਾਂ ਹਰ ਇੱਕ ਬੰਦਾ ਸੋਚੀ ਜਾਊਗਾ ਵੀ ਮੇਰਾ ਪਰਿਵਾਰ ਵਧੇ ਫੁੱਲੇ, ਮੇਰਾ ਹੋਏ, ਇਹ ਨਹੀਂ ਗੱਲ ਹੈਗੀ। ਪਹਿਲਾਂ ਆਪਾਂ ਦੇਖਣਾ ਪੈਣਾ ਪੰਜਾਬ ਕੋਈ ਵੱਧਦਾ ਫੁੱਲਦਾ, ਵੀ ਪਿੰਡ ਕੋਈ ਤਰੱਕੀ ਕਰ ਰਿਹਾ। ਪਹਿਲਾਂ ਸਭ ਤੋਂ ਪਹਿਲਾਂ ਪੋਲੀਟੀਕਲ ਨੂੰ ਇਹ ਦੇਖਣਾ ਚਾਹੀਦਾ ਵੀ ਮੇਰਾ ਪਿੰਡ, ਜੇ ਕੋਈ ਪਿੰਡ ਕੋਈ ਜੰਮਿਆ ਵਾ ਤਾਂ ਆਪਣੇ ਪਿੰਡ ਨੂੰ ਪਿਆਰ ਕਰਨਾ ਚਾਹੀਦਾ। ਜੇ ਕੋਈ ਹਲਕੇ ਦਾ ਐਮਐਲਏ, ਉਹਨੂੰ ਆਪਣਾ ਹਲਕਾ ਪਿਆਰ ਕਰਨਾ ਚਾਹੀਦਾ। ਮੈਂ ਹਲਕੇ 'ਚ ਕੁਝ ਕੀਤਾ, ਪਿੰਡਾਂ ਲਈ ਕੀ ਕੀਤਾ, ਮੈਂ ਕੋਈ ਇੱਥੇ ਪ੍ਰੋਜੈਕਟ ਲੈ ਕੇ ਆਇਆ। ਕਹਿਣ ਦਾ ਮਤਲਬ ਜਿਹੜਾ ਕੋਈ ਐਮਐਲਏ ਬਣਦਾ, ਉਹਨੂੰ ਆਪਣੇ ਹਲਕੇ ਦਾ, ਆਪਣੇ ਲੋਕਾਂ ਦਾ ਤੇ ਆ ਪਿੰਡਾਂ ਦਾ ਇਹ ਧਿਆਨ ਰੱਖਣਾ। ਗੱਲਾਂ ਬਹੁਤ ਸਾਦੀਆਂ ਨੇ ਪਰ ਚੰਗੀਆਂ ਵੀ ਨੇ, ਠੀਕ ਹੈ ਗੱਲਾਂ। ਪਰ ਹੁਣ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਹਾਂ, ਅਸੀਂ ਦਿਖਾ ਕੇ ਵੀ ਹਟੇ ਹਾਂ ਲੋਕਾਂ ਨੂੰ ਕਿ ਇੱਕ ਬੜਾ ਮਸ਼ਹੂਰ ਢਾਬਾ ਹੈਗਾ, ਇਹ ਚੰਡੀਗੜ੍ਹ ਦੇ ਨਾਲ ਲੱਗਦਾ। ਔਰ ਕੁਝ ਲੀਡਰ ਤੁਹਾਡੇ ਆਪੋਜੀਸ਼ਨ ਵਾਲੇ ਵੀ, ਉਹ ਆਪਣੀਆਂ ਗੱਡੀਆਂ ਦੇ ਵਿੱਚ ਬਹਿ ਕੇ ਜਦੋਂ ਘਰੋਂ ਲਿਆਂਦੀ ਰੋਟੀ ਖੋਲ ਕੇ ਖਾਂਦੇ ਨੇ ਤਾਂ ਉਹ ਇੱਕ ਫੋਟੋ ਪਾਉਂਦੇ ਨੇ ਫਿਰ ਫੇਸਬੁੱਕ ਤੇ ਕਿ ਦੇਖੋ ਜੀ ਅਸੀਂ ਤਾਂ ਇਹੋ ਜਿਹੇ ਬੰਦੇ, ਅਸੀਂ ਤਾਂ ਸਾਦੀ ਰੋਟੀ ਖਾਂਦੇ ਹਾਂ। ਤੁਹਾਡੇ ਤੇ ਜਦੋਂ ਸਾਡੀ ਵੀਡੀਓ ਦੇਖਣਗੇ ਲੋਕ ਕਹਿਣਗੇ ਕਿ ਇਹ ਸਾਦੇ ਕਿੱਥੋਂ ਨੇ, ਤਾਂ ਐਡੇ ਐਡੇ ਹੋਟਲਾਂ 'ਚ ਜਾ ਕੇ ਰੋਟੀਆਂ ਖਾਂਦੇ ਨੇ। ਬਹੁਤ ਵੱਡਾ ਹੋਟਲ ਨੀਗਾ ਤੇ ਕਹਿਣ ਦਾ ਮਤਲਬ ਮੈਂ ਤਾਂ ਖਾਣਾ ਪਿੰਡ 'ਚ ਹੀ ਖਾ ਕੇ ਆਇਆ। ਮੈਂ ਤਾਂ ਇੱਥੇ ਚਾਹ ਹੀ ਪੀਤੀ ਆ, ਖਾਣਾ ਤਾਂ ਮੈਂ ਪਿੰਡ ਖਾ ਕੇ ਆਇਆ। 3-4 ਤਾਂ ਲੋਹੜੀ ਦੇ ਪ੍ਰੋਗਰਾਮ ਸੀ ਪਿੰਡਾਂ 'ਚ ਤੇ ਹੋਰ ਵੀ ਆਉਣ ਵਾਲੇ ਪ੍ਰੋਗਰਾਮ ਨੇ।
ਪਿੰਡਾਂ 'ਚ ਮੈਂ ਜਿੱਥੇ ਕੋਈ ਲੰਗਰ ਹੁੰਦਾ ਉੱਥੇ ਖਾ ਲਈਦੀ ਹੈ, ਜਿੱਥੇ ਕੋਈ ਪਿੰਡ ਹੁੰਦਾ ਮੈਨੂੰ ਤਾਂ ਪਿੰਡ ਦੀ ਰੋਟੀ ਖਾ ਕੇ ਸਵਾਦ ਆਉਂਦਾ, ਕਿਉਂਕਿ ਸਿੰਪਲ ਹੀ ਰਹਿਣਾ ਚਾਹੁੰਦਾ। ਠੀਕ ਹੈ। ਇਸ ਤੋਂ ਬਾਅਦ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਤੁਹਾਡੇ ਨਾਲ ਅੱਜ ਅਸੀਂ ਦਿਨ ਗੁਜ਼ਾਰਨ ਦੀ ਕੋਸ਼ਿਸ਼ ਕਰਾਂਗੇ ਕਿ ਦੇਖਾਂਗੇ ਕਿ ਤੁਹਾਡੀ ਕੰਪੇਨਿੰਗ ਦੀ ਲਾਈਫ, ਖਾਸ ਕਰਕੇ ਉਦੋਂ ਜਦੋਂ ਬਹੁਤ ਸਾਰੀਆਂ ਹਦਾਇਤਾਂ ਨੇ ਤੁਹਾਡੇ, ਕਿ ਅੱਜ ਦੇ ਪ੍ਰੋਗਰਾਮ ਸਾਨੂੰ ਇੱਕ ਵਾਰੀ ਦਰਸ਼ਕਾਂ ਦੇ ਨਾਲ ਸਾਂਝੇ ਕਰ ਦਿਓ ਵੀ ਤੁਹਾਡੇ ਕਿੰਨੇ ਕੁ ਪ੍ਰੋਗਰਾਮ ਬਾਕੀ ਬਚਦੇ ਆ ਜਿਹੜੇ ਅਸੀਂ ਅੱਗੇ ਦਿਖਾਉਣੇ ਵੀ ਆ। ਐਕਚੁਅਲੀ ਕੀ ਹੈ, ਘੱਟੋ ਘੱਟ ਹਰ ਰੋਜ਼ 12-13 ਫੰਕਸ਼ਨ ਸੀ, ਤੇ ਕੱਲ ਜਿਵੇਂ ਲੋਹੜੀ ਸੀ, ਕੱਲ 11 ਫੰਕਸ਼ਨ ਸੀਗੇ, ਅੱਜ 10 ਫੰਕਸ਼ਨ ਨੇ। ਰਾਤ ਨੂੰ ਘੱਟੋ ਘੱਟ 11-12 ਵਜੇ 11 ਵਜੇ ਜਾਂਦੇ ਨੇ ਵਿਹਲਾ ਹੋਣ, ਤੇ ਹੁਣ ਵੀ ਘੱਟੋ ਘੱਟ ਮੈਂ 6 ਦਾ ਪ੍ਰੋਗਰਾਮ ਜਾ ਕੇ ਆਇਆ, ਕਿਉਂਕਿ ਪਿੰਡਾਂ 'ਚ ਲੋਕੀ ਦਿਨੇ ਹੀ ਲੋਹੜੀ ਬਣਾ ਲੈਂਦੇ ਆ, ਸ਼ਹਿਰਾਂ 'ਚ ਲੋਕੀ ਰਾਤ ਨੂੰ ਮਨਾਉਂਦੇ ਆ ਜੀ, ਤੇ ਪਿੰਡ ਵਾਲੇ ਕਰਿਆ। ਹੁਣ ਜਿਹੜੇ ਸ਼ਹਿਰਾਂ ਦੇ ਖਮਾਣੋ ਜਾਂ ਬਸੀ ਹੈਗੇ ਆ ਜਾਂ ਕੋਈ ਹੋਰ ਹੈ, ਉਹ ਹੁਣ ਮੈਂ ਨਿਬੇੜਾਂਗਾ। ਠੀਕ ਹੈ, ਲੋਕੀ ਸ਼ਾਮ ਨੂੰ ਹੀ ਬਾਲਦੇ ਕੀ ਲੈਣ। ਠੀਕ ਹੈ, ਤੇ ਮੇਰਾ ਖਿਆਲ ਆ ਵੀ ਆਪਾਂ ਨੂੰ ਤੁਹਾਡੀ ਹੁਣ ਗੱਡੀ 'ਚ ਜਾਣਾ ਚਾਹੀਦਾ, ਤੁਹਾਡਾ ਅੱਗੇ ਸਮਾਂ ਵੀ ਆ ਉਹ ਵੀ ਆਪਾਂ ਅਟੈਂਡ ਕਰਨਾ, ਔਰ ਗੱਡੀ 'ਚ ਕੁਝ ਗੱਲਾਂ ਜਿਹੜੀਆਂ ਉਹ ਜਾਂਦੇ ਜਾਂਦੇ ਕਰਾਂਗੇ। ਠੀਕ ਹੈ ਜੀ। ਤਾਂ ਅਸੀਂ ਐਮਐਲਏ ਸਾਹਿਬ ਦੇ ਨਾਲ ਗੱਡੀ 'ਚ ਸਵਾਰ ਹੋ ਗਏ ਹਾਂ, ਔਰ ਅਗਲਾ ਪ੍ਰੋਗਰਾਮ ਹੈ ਜਿਹੜਾ ਐਮਐਲਏ ਸਾਹਿਬ ਲੋਹੜੀ ਦਾ ਪ੍ਰੋਗਰਾਮ ਅੱਗੇ। ਹਾਂ, ਲੋਹੜੀ ਦਾ ਪ੍ਰੋਗਰਾਮ ਕੀਤਾ, ਲੋਹੜੀ ਦਾ ਪ੍ਰੋਗਰਾਮ। ਓਕੇ ਐਮਐਲਏ ਸਾਹਿਬ, ਆਮ ਆਦਮੀ ਪਾਰਟੀ ਬੜੀ ਇਸ, ਕਿਉਂਕਿ ਹਰ ਇੱਕ ਪਾਰਟੀ ਕੋਸ਼ਿਸ਼ ਦੇ ਵਿੱਚ ਹੁੰਦੀ ਹੈ, ਕਾਂਗਰਸ ਵੀ ਕੋਸ਼ਿਸ਼ ਦੇ ਵਿੱਚ ਹੈ ਕਿ ਮੁੜ ਇੱਕ ਵਾਰ ਫੇਰ ਤੋਂ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਈਏ। ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਉਹਨਾਂ ਦੀ ਆਉਣ ਵਾਲੀ ਸਰਕਾਰ ਆ, ਅਕਾਲੀ ਦਲ ਕਹਿ ਰਹੇ ਨੇ ਕਿ ਉਹਨਾਂ ਦੀ ਆਉਣ ਵਾਲੀ ਸਰਕਾਰ ਆ। ਕੀ ਲੱਗਦਾ ਹੈ ਤੁਹਾਡੀ ਆਪਣੀ, ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬੜੀ ਖਿਚੜੀ ਜੀ ਬਣਨ ਜਾ ਰਹੀ ਹੈ, ਬਹੁਤ ਸਾਰੀਆਂ ਪਾਰਟੀਆਂ ਆ ਗਈਆਂ, ਦੂਜਾ ਸੰਯੁਕਤ ਸਮਾਜ ਮੋਰਚਾ ਵੀ ਇਸ ਵੇਲੇ ਮੈਦਾਨ ਦੇ ਵਿੱਚ ਹੈ। ਕੋਈ ਖਿਚੜੀ ਬਣ ਰਹੀ, ਕੋਈ ਦਾਲ ਨਹੀਂ ਬਣ ਰਹੀ, ਸਰਕਾਰ ਆਊਗੀ ਕਾਂਗਰਸ ਦੀ, ਕਿਉਂਕਿ ਕਾਂਗਰਸ ਪਾਰਟੀ ਨੇ ਬਹੁਤ ਜ਼ਿਆਦਾ ਕੰਮ ਕੀਤੇ ਹੈ। ਘੱਟੋ ਘੱਟ 40 ਤੇ 50 ਸਾਲ ਦਾ ਲੋਕਾਂ ਦਾ ਰਿਕਾਰਡ ਤੋੜਿਆ ਜਿਹਨੇ ਕਾਂਗਰਸ ਨੇ ਕੰਮ ਕੀਤੇ ਹੈ, ਤੇ ਸਾਡੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਬਣੂਗੀ, ਤੇ ਕਾਂਗਰਸ ਦੀ ਬਣਨੀ। ਪਰ ਇਸ ਵਾਰ ਲੋਕਾਂ ਦਾ ਮਤ ਹੈ, ਲੋਕ ਇਹ ਗੱਲ ਮੰਨਦੇ ਨੇ ਕਿ ਜਿਸ ਤਰੀਕੇ ਨਾਲ ਪਾਰਟੀਆਂ ਬਹੁਤ ਆ ਗਈਆਂ, ਉਹ ਕਿਹਨੂੰ ਡੈਮੇਜ ਕਰਦੀਆਂ ਨੇ, ਕਿਸ ਤਰੀਕੇ ਦੇ ਨਾਲ ਡੈਮੇਜ ਕਰਦੀਆਂ। ਤੁਹਾਡੇ ਆਪਣੇ ਏਰੀਏ ਦੇ ਵਿੱਚ ਰੁਪਿੰਦਰ ਹੈਪੀ ਹੈਗੇ ਨੇ, ਉਹ ਕਹਿੰਦੇ ਨੇ ਕਿ ਕਾਂਗਰਸ ਨੇ ਕੁਛ ਖਾਸ ਨਹੀਂ ਕਰਵਾਇਆ, ਜਿਹਦੇ ਲਈ ਮੁੜ, ਜਿਵੇਂ ਤੁਸੀਂ ਬੋਰਡ ਵੀ ਲਵਾ ਰੱਖੇ ਨੇ ਕਿ ਮੁੜ ਸਾਡਾ ਤਾਂ ਇੱਕੋ ਨਾਰਾ, ਮੁੜ ਗੁਰਪ੍ਰੀਤ ਜੀਪੀ ਦੁਬਾਰਾ, ਕਹਿੰਦੇ ਐਸਾ ਕੁਛ। ਜੀਪੀ ਦੁਬਾਰਾ ਲੋਕੀ ਕਿਉਂ ਕਹਿ ਰਹੇ? ਜੀਪੀ ਦੁਬਾਰਾ ਲੋਕੀ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਜੀਪੀ ਨੇ ਕੰਮ ਕੀਤਾ, ਤੇ 50 ਸਾਲ ਦੇ ਰਿਕਾਰਡ ਤੋੜ ਤੇ ਜਿਹਨੇ ਕੰਮ ਹੀ ਨਹੀਂ ਕੀਤਾ। ਕਈ ਚਲੋ ਮਿਨਿਸਟਰ ਵੀ ਬਣੇ, ਕੋਈ ਐਮਐਲਏ ਵੀ ਬਣੇ ਨੇ, ਪਰ ਜਿੰਨਾ ਮੈਂ ਕੰਮ ਕੀਤਾ ਤਾਂ ਹੀ ਲੋਕੀ ਕਹਿੰਦੇ ਆ ਜੀਪੀ ਦੁਬਾਰਾ। ਮੈਂ ਅੱਜ ਘੱਟੋ ਘੱਟ 7-8 ਪਿੰਡਾਂ ਜਾ ਕੇ ਆਇਆ, ਤੇ ਜਿੰਨੀਆਂ ਸਾਡੀਆਂ ਭੈਣਾਂ ਨੇ, ਜਿੰਨੇ ਨੌਜਵਾਨ ਨੇ, ਨੌਜਵਾਨ ਲੱਗਿਆ ਵੀ ਸਾਡਾ ਕਿੰਨਾ ਕੰਮ ਕੀਤਾ, ਵੀ ਸਾਡੀ ਡਿਵੈਲਪਮੈਂਟ ਕੀਤੀ ਹੈ। ਇਹ ਨਹੀਂ ਵੀ ਗੱਲਾਂ ਬਾਤਾਂ ਮਾਰੀਆਂ ਨੇ, ਜਿੰਨੀ ਡਿਵੈਲਪਮੈਂਟ ਮੈਂ ਕੀਤੀ ਹੈ ਸ਼ਹਿਰੀ ਪੰਜਾਬ 'ਚ ਕਿਸੇ ਹਲਕੇ 'ਚ ਹੋਈ। ਪਿੱਛੇ ਜੇ ਇੱਕ ਬੜਾ ਤੁਸੀਂ ਵੀ ਇੱਕ ਵਿਵਾਦ ਤੁਹਾਡੇ ਏਰੀਆ ਨੂੰ ਲੈ ਕੇ ਚੱਲਿਆ ਸੀ, ਕਿ ਮੈਂ ਪੁੱਛਣਾ ਚਾਹੁੰਦਾ ਕਿ ਉਹ ਸੋਲਵ ਹੋ ਗਿਆ, ਜਿਸ ਦੇ ਵਿੱਚ ਚੰਨੀ ਸਾਹਿਬ ਦੇ ਬ੍ਰਦਰ ਤੇ ਤੁਸੀਂ ਕਹਿੰਦੇ ਸੀ ਕਿ ਹਲਕੇ ਦੇ ਵਿੱਚ ਉਹ ਕੋਈ ਮੂਵਮੈਂਟ ਵਧਾ ਰਹੇ ਨੇ, ਕੀ ਉਹ ਮਸਲਾ ਹੱਲ ਹੋ ਗਿਆ? ਐਕਚੁਅਲੀ ਕੋਈ ਮੂਵਮੈਂਟ ਨਹੀਂ ਸੀਗੀ, ਐਵੇਂ ਬਹੁਤ ਵੱਡਾ ਭੁਲੇਖਾ ਪਾਇਆ ਜਾ ਰਿਹਾ ਸੀਗਾ, ਕਿਉਂਕਿ ਮੁੱਖ ਮੰਤਰੀ ਨੇ ਚੰਨੀ ਨੇ ਆਪਣੀ ਕਾਂਗਰਸ ਪਾਰਟੀ ਦੇਖਣੀ ਹੈ ਪਹਿਲਾਂ, ਭਰਾ ਨੂੰ ਨਹੀਂ ਦੇਖਣਾ ਹੈਗਾ ਜੀ। ਪਾਰਟੀ ਚਲਾਉਣੀ, ਪਾਰਟੀ ਨੂੰ ਤਰੱਕੀ ਵੱਲ ਲੈ ਕੇ ਜਾਣਾ। ਜੇ ਤਾਂ ਪਰਿਵਾਰ ਦੀ ਗੱਲ ਕਰੀਏ, ਏਦਾਂ ਪਾਰਟੀਆਂ ਤਰੱਕੀਆਂ ਨਹੀਂ ਕਰਦੀਆਂ, ਪਾਰਟੀ ਕਿ ਤਰੱਕੀ ਨਹੀਂ ਕਰਦੀ। ਉਹਨਾਂ ਨੇ ਪੂਰਾ ਪੰਜਾਬ ਦੇਖਣਾ, ਤੇ ਉਹਨੇ ਇਹ ਨਹੀਂ ਦੇਖਣਾ ਭਰਾ ਦੇਖਣਾ, ਉਹਨੇ ਪਹਿਲਾਂ ਐਮਐਲਏ ਦੇਖਣਾ, ਕਾਂਗਰਸ ਪਾਰਟੀ ਦੇਖਣੀ ਹੈ ਸਭ ਤੋਂ ਪਹਿਲਾਂ। ਇਹ ਪਾਰਟੀਆਂ ਦਾ ਰਿਸ਼ਤਾ ਹੈ, ਭਰਾ ਭੈਣ ਦਾ ਕੋਈ ਰਿਸ਼ਤਾ ਨਹੀਂ। ਪਾਰਟੀ ਨੇ ਤੁਹਾਨੂੰ ਇਹ ਕਿਉਂ ਲੱਗਾ ਤੁਹਾਨੂੰ ਕਿ ਇਹਨਾਂ ਦੀ ਮੂਵਮੈਂਟ ਵੱਧ ਰਹੀ ਹੈ, ਜਾਂ ਤੁਹਾਨੂੰ ਮੀਡੀਆ 'ਚ ਆਉਣਾ ਚਾਹੀਦਾ, ਜਾਂ ਤੁਹਾਨੂੰ ਇਹ ਗੱਲ ਰੱਖਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਕਿ ਦੇਖੋ ਆਹ ਹੋ ਰਿਹਾ ਹੈ? ਹਾਂ, ਪੂਰਾ 90% ਦੇ ਕਰੀਬ ਮੇਰੇ ਨਾਲ ਹੈ ਪੂਰਾ, ਦੇਖ ਹੀ ਨਾ ਜਾਂ ਘੱਟੋ ਘੱਟ 65 ਤੇ 70 ਹਜ਼ਾਰ ਵੋਟ ਮੈਨੂੰ ਪਊਗੀ। ਇਸ ਹਲਕੇ ਨੇੜੇ ਤੇੜੇ ਸਭ ਤੋਂ ਵਧੀਆ ਵੋਟਾਂ ਜਿੱਤ ਕੇ ਆਉਂ। ਇੱਕ ਬੜਾ, ਜਦੋਂ ਤੱਕ ਉਮੀਦਵਾਰ ਐਲਾਨ ਨਹੀਂ ਦਿੱਤਾ ਜਾਂਦਾ ਜੀਪੀ ਜੀ, ਉਹਨਾਂ ਟਾਈਮ ਬਹੁਤ ਇੱਕ ਧੜਕੂ ਰਹਿੰਦਾ ਹਰ ਇੱਕ ਬੰਦੇ ਦੇ, ਹੈ ਨਾ। ਔਰ ਉਸ ਤੋਂ ਬਾਅਦ ਜਿਵੇਂ ਮੋਗੇ ਦੇ ਵਿੱਚ ਜੋ ਕੁਝ ਹੋਇਆ ਤੁਹਾਨੂੰ ਪਤਾ ਹੈ, ਹਰਜੋਤ ਕਮਲ ਹੋਰਾਂ ਨੇ ਬਗਾਵਤ ਕੀਤੀ, ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਆਜ਼ਾਦ ਵੀ ਲੜੂੰਗਾ, ਕਈ ਸਰਪੰਚਾਂ ਨੇ ਉਹਨਾਂ ਦੇ ਪਿੱਛੇ ਅਸਤੀਫੇ ਦੇ ਦਿੱਤੇ, ਮੇਅਰ ਨੇ ਅਸਤੀਫਾ ਦਿੱਤਾ, ਕਈ ਕੁਝ ਹੋਇਆ। ਐਸੀ ਮੂਵਮੈਂਟ ਜੇਕਰ ਗੁਰਪ੍ਰੀਤ ਜੀਪੀ ਹੋਰਾਂ ਦੇ ਨਾਲ ਬਣਦੀ ਹੈ, ਜੇ ਤੁਹਾਡੀ ਲਿਸਟ ਜਾਰੀ ਹੁੰਦੀ ਹੈ ਗੁਰਪ੍ਰੀਤ ਜੀਪੀ ਹੋਰਾਂ ਨੂੰ ਦਰਕਨਾਰ ਕਰਦਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਮੈਂ ਹੀ ਇੱਥੋਂ ਐਮਐਲਏ ਬਣਨਾ ਤੇ ਮੈਨੂੰ ਇਹ ਟਿਕਟ ਮਿਲਣੀ ਆ, ਤੇ ਮੈਂ ਹੀ ਇੱਥੋਂ ਜਿੱਤ ਕੇ ਜਾਵਾਂਗਾ। ਪਰ ਲਗਾਤਾਰ ਪਾਰਟੀਆਂ ਕਹਿੰਦੀਆਂ ਹੁੰਦੀਆਂ ਕਿ ਅਸੀਂ ਸਰਵੇ ਕਰਾਵਾਂਗੇ,
ਜੇ ਸਰਵੇ ਦੇ ਵਿੱਚ ਉਹਨਾਂ ਦੇ ਉਸ ਜੋ ਦਾਇਰਾ ਹੋਊਗਾ ਉਹਦੇ ਵਿੱਚ ਸਰਵੇ ਦੀ ਗੱਲ ਕਰ ਲਓ, ਸਰਵੇ 'ਚ ਘੱਟੋ ਘੱਟ 5 ਤੋਂ 6,000 ਬੰਦੇ ਨੂੰ ਪੁੱਛਿਆ ਜਾਂਦਾ। ਸਾਡੇ ਹਲਕੇ 'ਚ 5,000 ਬੰਦੇ ਨੂੰ ਪੁੱਛਿਆ ਜਾਂਦਾ। ਕੋਈ ਰੇਹੜੀ ਚਲਾਉਂਦਾ ਹੁੰਦਾ, ਕੋਈ ਰਿਕਸ਼ਾ ਚਾਲਕ ਹੁੰਦਾ, ਕੋਈ ਕਰਿਆਨੇ ਦੀ ਦੁਕਾਨ ਕਰਦਾ ਹੁੰਦਾ, ਕੋਈ ਬਿਜ਼ਨਸਮੈਨ ਹੁੰਦਾ, ਕੋਈ ਕੁਛ ਮਤਲਬ ਅੱਡ ਤਰੀਕੇ ਨੂੰ ਲਈ ਜਾਂਦੀ ਹੈ। ਘੱਟੋ ਘੱਟ 5,000 ਤੋਂ 4,600 ਬੰਦੇ ਨੇ ਕਿਹਾ ਵੀ ਜੀਪੀ ਕੈਂਡੀਡੇਟ ਜੀਪੀ। ਉਹ ਸਰਵੇ ਦਾ ਤੁਹਾਨੂੰ ਪਤਾ ਲੱਗ ਗਿਆ? ਐਕਚੁਅਲੀ ਕੀ ਆ, ਸਾਰਾ ਕੁਝ ਪਤਾ ਹੁੰਦਾ। ਉਹ ਜਿਹੜੇ ਸਰਵੇ ਕਰਨ ਵਾਲੇ ਕੌਣ ਨੇ? ਕੋਈ ਬੰਦਾ ਕਿੱਥੋਂ ਆਉਂਦਾ, ਕੋਈ ਕਿੱਥੋਂ ਆਉਂਦਾ। ਮੈਨੂੰ ਇਹਨਾਂ ਸਰਵੇ ਵੀ ਕਰਕੇ ਗਈ ਟੀਮ, ਕੋਈ ਪ੍ਰੋਫੈਸਰ ਹੁੰਦਾ ਕਾਲਜ, ਕੋਈ ਕਿਤੇ ਹੁੰਦਾ। ਤੇ ਕਹਿਣ ਦਾ ਮਤਲਬ ਇਹ ਹੈ, ਉਹਨੇ ਕਿਹਾ ਯਾਰ ਕਮਾਲ ਕਰਤੀ ਜੀਪੀ। ਲੋਕੀ ਜਿੰਨੀ ਤੇਰੀ ਪੇਜ ਕਰਦੇ ਆ ਕੰਮ ਦੀ, ਇੰਨੀ ਕਦੀ ਕਿਸੇ ਹਲਕੇ 'ਚ ਅਸੀਂ ਤਰੀਫ ਨਹੀਂ ਸੁਣੀ ਜਿੰਨਾ ਤੁਸੀਂ ਕੰਮ ਕੀਤਾ। ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਸੀਂ ਜਦੋਂ 10-11 ਸਾਲ ਦੇ ਸੀ ਤੇ ਲੋਕਾਂ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰਤੀਆਂ ਸੀਗੀਆਂ, ਤੇ ਜਾਣੀ ਲੱਗਦਾ ਸੀ ਕਿ ਸਿਆਸਤ ਤੁਹਾਡੇ ਵਾਸਤੇ ਹੈ, ਸਿਆਸਤ ਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੋ। ਕੋਈ ਐਸਾ ਕਿੱਸਾ ਤੁਹਾਨੂੰ ਐ ਲੱਗਾ ਹੋਵੇ ਕਿ ਯਾਰ ਸਿਆਸਤ ਔਖਾ ਕੰਮ ਆ? ਮੈਂ ਸਿਆਸਤ ਇਹ ਨਹੀਂ ਵੀ ਮੈਂ ਆਪਣਾ ਪਰਿਵਾਰ ਬਣਾਵਾ ਨਾ, ਇਹ ਮੇਰਾ ਪਰਿਵਾਰ ਸਾਰਾ ਕੁਝ ਕਰੇ। ਪਰਿਵਾਰ ਬਿਜ਼ਨਸਮੈਨ ਹੋ ਜਾਏ, ਮੈਂ ਵੱਡੇ ਵੱਡੇ ਬੰਗਲੇ ਬਣਾ ਲਾਂ, ਮੈਂ ਸ਼ਹਿਰ ਬਣਾ ਲਾਂ, ਮੈਂ ਕੋਠੀਆਂ ਬਣਾ ਲਾਂ। ਮੇਰਾ ਮਿਸ਼ਨ ਹੈ, ਮੇਰਾ ਮਿਸ਼ਨ ਸਹੀ ਮੈਨੇ ਸਮਾਜ। ਅੱਜ ਮੈਨੂੰ ਬੜਾ ਦੁੱਖ ਹੁੰਦਾ, ਕਈ ਪਿੰਡਾਂ 'ਚ ਮੈਂ ਜਾਣਾ, ਕੋਈ ਕੱਚੇ ਮਕਾਨ ਦੀ ਡਿਮਾਂਡ ਕਰਦਾ, ਕੋਈ ਕਰਦਾ, ਬਾਕੀ ਬਹੁਤ ਵੱਡਾ ਦੁੱਖ ਹੈ। ਅੱਜ ਕਿ ਮੈਂ ਬਰਸਾਤ ਦੇ 3 ਦਿਨ ਬਰਸਾਤ ਹੋਈ ਹੈ, ਆ ਪਿੱਛੇ 3 ਦਿਨ ਬਰਸਾਤ ਹੋਈ ਹੈ, ਕਿਸੇ ਦੇ ਖੇਤਾਂ 'ਚ ਪਾਣੀ ਵੜ ਗਿਆ, ਕਿਤੇ ਕੁਛ ਹੋਇਆ। ਕਈ ਵਾਰੀ ਕੁਦਰਤੀ ਮਾਰਾ ਹੁੰਦਾ। ਮੈਂ ਉਹ ਘਰਾਂ 'ਚ ਵੀ ਵੜ ਕੇ ਦੇਖਿਆ ਜਿੱਥੇ ਕੋਈ ਵਿਚਾਰਾ ਪਰਾਤ ਰੱਖੀ, ਉਹਦਾ ਟਿਪ ਕਰ ਰਿਹਾ ਘਰ, ਕੋਈ ਪਰਾਤ ਰੱਖੀ ਬੈਠਾ, ਕੋਈ ਗਲਾਸ ਰੱਖੀ ਬੈਠਾ, ਕੋਈ ਕੋਲੀ ਰੱਖੀ ਬੈਠਾ, ਵੀ ਜਿਹੜਾ ਪਾਣੀ ਉਹ ਨੀਚੇ ਸੱਤੇ ਨਾ ਵੇ, ਕਿੱਦਾਂ ਨਾ ਹੋਵੇ। ਬੜਾ ਉਹ ਹੈ। ਮੈਂ ਸਾਰਿਆਂ ਨੂੰ ਇਹੀ ਗੱਲ ਕਰਾਂਗਾ, ਜਿੰਨੇ ਕੋਈ ਦਾਨੀ ਸੱਜਣਾ, ਜਿੰਨੇ ਦਾਨੀ ਸੱਜਣਾ, ਜਿੰਨਾ ਕਈ ਵਾਰੀ ਸਰਕਾਰਾਂ ਨਹੀਂ ਬਹੁਤ ਨਹੀਂ ਕਰ ਸਕਦੀਆਂ। ਜੇ ਸਪੋਜ਼ ਕਰੋ 15 ਘਰ ਹੁੰਦੇ ਆ ਪਿੰਡ 'ਚ, ਤਾਂ 2 ਦੇ ਪੈਸੇ ਆਉਂਦੇ, 13 ਦੇ ਨਹੀਂ ਜਾਂਦੇ। ਬਿਲਕੁਲ ਗਵਰਨਮੈਂਟ ਤੋਂ ਮਦਦ ਦੇਣੀ ਔਖੀ ਬਹੁਤ ਹੈ। ਗਵਰਨਮੈਂਟ ਕਰ ਵੀ ਸਮਾਂ ਬਹੁਤ ਲੱਗਦਾ, ਗਵਰਨਮੈਂਟ ਵੀ ਨਹੀਂ ਕਰ ਸਕਦੀ ਸਾਰਿਆਂ ਦਾ। ਪਰ ਮੈਂ ਸਾਰੇ ਸਮਾਜ, ਜਿਹੜੇ ਬੰਦੇ ਵੈਲ ਆਫ ਹੈ, ਜਿਹੜੇ ਅਮੀਰ ਬੰਦੇ ਆ, ਉਹ ਘਰਾਂ ਜਾ ਕੇ ਦੇਖਣ ਕਮ ਸੇ ਕਮ। ਯਾਰ ਆਪਾਂ ਹਰ ਪਿੰਡ ਦੇ 4-5 ਪ੍ਰੋਬਲਮ ਨੇ, ਉਹ ਆਪਾਂ ਸਾਰੀਆਂ ਹੱਲ ਕਰੀਏ। ਐਮਐਲਏ ਸਾਹਿਬ, ਜਿੱਥੋਂ ਆਪਾਂ ਲੰਘ ਰਹੇ ਹਾਂ, ਕੀ ਇਹ ਤੁਹਾਡੇ ਹਲਕੇ ਦਾ ਹੀ ਏਰੀਆ? ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਹਲਕਾ। ਓਕੇ, ਚੰਨੀ ਸਾਹਿਬ ਦਾ ਹਲਕਾ ਜਿੱਥੋਂ ਆਪਾਂ ਗੁਜ਼ਰ ਰਹੇ ਹਾਂ। ਔਰ ਗੁਰਪ੍ਰੀਤ ਜੀ, ਤੁਸੀਂ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਕਿ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਬਹੁਤ ਸਾਰੇ ਬਿਜ਼ਨਸ ਵੱਡੇ ਕਰ ਲਏ ਜਾਣ ਜਾਂ ਆਪਣੇ ਬਿਜ਼ਨਸ ਨੂੰ ਹੋਰ ਖਿਲਾਰਿਆ ਜਾਵੇ, ਲੋਕਾਂ ਨੂੰ ਇਹ ਜ਼ਰੂਰ ਜਾਣਕਾਰੀ ਦਿਓ ਕਿ ਗੁਰਪ੍ਰੀਤ ਸਿੰਘ ਜੀਪੀ ਖੁਦ ਤਾਂ ਐਮਐਲਏ ਨੇ, ਲੋਕਾਂ ਦੀ ਸੇਵਾ 'ਚ ਲੱਗੇ ਨੇ, ਔਰ ਉਹਨਾਂ ਦਾ ਅਸਲ ਕੰਮਕਾਰ ਕੀ ਹੈ, ਬਿਜ਼ਨਸ ਕੀ ਹੈ, ਐਕਚੁਅਲੀ ਕੀ ਹੈ। ਤਾਂ ਮਤਲਬ ਜਿਵੇਂ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਤਾਂ ਇਕੱਲਾ ਗੁਜ਼ਾਰਾ ਭਾਈ ਆਪਦੀ ਤਨਖਾਹ ਤੇ ਕਰਦਾ, ਕਿ ਗੁਰਪ੍ਰੀਤ ਜੀਪੀ ਵੀ ਇਹੀ ਕਰਦੇ ਨੇ? ਤਨਖਾਹ ਤੇ ਵੀ ਗੁਜ਼ਾਰਾ ਪੈਂਦਾ, ਕਿਉਂਕਿ ਅਸੀਂ ਮਾੜਾ ਮੋਟਾ ਦਾ ਕੰਮ ਲੀਡਰ ਨੂੰ ਕਰਨਾ ਹੀ ਪੈਂਦਾ, ਬਿਜ਼ਨਸ ਤਾਂ ਕਰਨਾ ਹੀ ਪੈਂਦਾ। ਤਨਖਾਹ ਤੇ ਵੈਲਫੇਅਰ ਨਹੀਂ ਕਰ ਸਕਦੇ, ਤਨਖਾਹ ਤਾਂ ਆਪਦਾ ਗੁਜ਼ਾਰਾ ਚੱਲ ਸਕਦਾ। ਕਿਉਂਕਿ ਹਰ ਇੱਕ ਬੰਦੇ ਦਾ ਕੋਈ ਪ੍ਰਾਪਰਟੀ ਦਾ ਕੰਮ ਕਰ ਰਿਹਾ, ਕੋਈ ਬਿਲਡਰ ਦਾ ਕੰਮ ਕਰ ਰਿਹਾ। ਕਹਿਣ ਦਾ ਮਤਲਬ ਸਾਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ, ਜੇ ਇਮਾਨਦਾਰੀ ਰੱਖੀਏ। ਜੇ ਡਿਪੈਂਡੈਂਟ ਰਹਿੰਦੇ, ਫਿਰ ਆਪਾਂ ਇੰਨੇ ਵੈਲਫੇਅਰ ਦੇ ਕੰਮ ਨਹੀਂ ਕਰ ਸਕਦੇ। ਆਪਾਂ ਨੂੰ ਕੁਝ ਨਾ ਕੁਝ ਆਪਣੇ ਤੌਰ ਤੇ ਆਪਾਂ ਨੂੰ ਕੰਮ ਕਰਨਾ ਪਊਗਾ। ਵੀ ਲੋਕ ਇਹ ਨਾ ਕਹਿਣ ਯਾਰ ਸਾਰਾ ਕੁਝ ਆਪਣਾ, ਇਹ ਕਈ ਵਾਰੀ ਹੁੰਦਾ ਨਾ ਬਈ ਆਪਾਂ ਦੂਜੇ ਦੀ ਜੇਬ ਵੱਲ ਦੇਖੀਏ। ਬਿਲਕੁਲ। ਤੇ ਜੇਬ ਵੱਲ ਤਾਂ ਹੀ ਨਹੀਂ ਦੇਖ ਸਕਦੇ ਜੇ ਆਪਾਂ ਕੁਝ ਕਰ ਰਹੇ ਹਾਂ। ਕੁਝ ਨਾ ਕੁਝ ਕਰਨਾ ਆਪਾਂ ਨੂੰ ਪਊਗਾ, ਕੰਮ ਕਰਨਾ ਪਊਗਾ, ਤੇ ਤਨਖਾਹ ਤੇ ਵੀ ਆਪਾਂ ਡਿਪੈਂਡ ਨਹੀਂ ਰਹਿ ਸਕਦੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪਰਸੋਂ, ਜਿਹਦੇ ਵਿੱਚ ਪੰਜਾਬ ਮਾਡਲ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਕਿ ਪੰਜਾਬ ਖੁਸ਼ਹਾਲ ਕਿਵੇਂ ਹੋ ਸਕਦਾ। ਉਹਨਾਂ ਨੇ ਸਭ ਤੋਂ ਵੱਧ ਜਿਹੜਾ ਜ਼ੋਰ ਲਾਇਆ, ਉਹਨਾਂ ਨੇ ਇਸ ਗੱਲ ਤੇ ਲਾਇਆ ਕਿ ਕਰਪਸ਼ਨ ਬਹੁਤ ਜ਼ਿਆਦਾ, ਮਾਫੀਆ ਬਹੁਤ ਜ਼ਿਆਦਾ। ਨਾ ਤਾਂ ਰੇਤ ਮਾਫੀਆ ਰੁਕਿਆ, ਨਾ ਸ਼ਰਾਬ ਮਾਫੀਆ ਰੁਕਿਆ, ਔਰ ਤਮਾਮ ਅਜਿਹੇ ਮਾਫੀਏ, ਕੇਬਲ ਮਾਫੀਆ ਦੀ ਗੱਲ ਕਰ ਲਓ, ਤਮਾਮ ਜੋ ਚੱਲ ਰਿਹਾ ਅੱਜ ਕੱਲ੍ਹ, ਇਹ ਜਾਣੀ ਸਿੱਧੇ ਤੌਰ ਤੇ ਉਹਨਾਂ ਨੇ ਆਪਣੀ ਸਰਕਾਰ ਤੇ ਵੀ ਸਵਾਲ ਚੱਕੇ। ਤੇ ਤੁਹਾਡੇ ਫਾਰਮਰ ਸੀਐਮ ਸਾਹਿਬ ਉਹ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਬਹੁਤ ਸਾਰੇ ਐਮਐਲਏ ਔਰ ਮੰਤਰੀ ਜਿਹੜੇ ਨੇ ਉਹ ਰੇਤ ਮਾਫੀਆ ਦੇ ਵਿੱਚ ਵੀ ਆ, ਉਹ ਸ਼ਰਾਬ ਮਾਫੀਆ ਦੇ ਵਿੱਚ ਵੀ ਆ। ਫਿਰ ਐਸੇ ਇਲਜ਼ਾਮਾਂ ਤੋਂ ਬਚਾਓਗੇ ਕਿਵੇਂ? ਤੁਹਾਡੀ ਪਾਰਟੀ ਕਿਵੇਂ ਬਚਾਊਗੀ ਇਹਨਾਂ ਇਲਜ਼ਾਮਾਂ ਤੋਂ? ਤੁਹਾਡੇ ਆਪਣੇ ਲੀਡਰ ਵੀ ਲੋਕ ਇਸ ਚੀਜ਼ 'ਚ ਇਨਵੋਲਵ ਨੇ, ਪਰਮਾਤਮਾ ਨੇ ਉਹਨਾਂ ਨੂੰ ਦੇਖ ਹੀ ਪਤਾ ਹੀ ਲੱਗ ਜਾਂਦਾ ਵੀ ਕੌਣ ਕੀ ਕਿਹੜੇ ਇਨਵੋਲਵ ਹੈ। ਪਰ ਸਹੀ ਮਾਇਨੇ 'ਚ ਮੈਂ ਅੱਜ ਆਪਦੀ ਗੱਲ ਕਰਦੇ ਹਾਂ, ਸਾਨੂੰ ਤਾਂ ਰੇਤਾ ਵੀ ਆਪਦੀ ਟਰਾਲੀ ਲੈ ਕੇ ਮੁੱਲ ਲੈ ਕੇ ਅਸੀਂ ਬਣਾ ਰਹੇ ਹਾਂ ਆਪਣਾ, ਅਸੀਂ ਵੀ ਟਰਾਲੀਆਂ ਲੈ ਕੇ ਆਪਦਾ ਮੁੱਲ ਮਕਾਨ ਬਣਾ ਰਹੇ ਹਾਂ, ਕਦੇ ਵੀ ਕਿਤੋਂ ਰੱਖੀ ਨਹੀਂ ਆਸ, ਠੀਕ ਹੈ ਨਾ। ਤੇ ਆਪਣਾ ਉਹੀ ਗੱਲ ਹੈ ਵੀ ਯਾਰ ਜੇ ਤੁਸੀਂ ਐਮਐਲਏ ਬਣਦੇ ਹੋ ਤਾਂ ਸਮਾਜ ਦੀ ਸਹੀ ਮਾਇਨੇ 'ਚ ਸੇਵਾ ਕਰਨੀ।
ਇੱਕ ਸੇਵਾ ਤੋਂ ਵੱਡਾ ਕੋਈ ਹੋਰ ਨਹੀਂ। ਹੂੰ ਜੇ ਸਮਾਜ ਦੇ ਪੋਲਿਟਿਕਸ ਹੋਣਾ ਤਾਂ ਇਕੱਲਾ ਇੱਕ ਰੱਖਣਾ ਚਾਹੀਦਾ ਏਜੰਡਾ, ਵੀ ਮੈਂ ਸਮਾਜ 'ਚ ਕੀ ਕਰਦਾ, ਹੂੰ ਇਹ ਏਜੰਡਾ ਰੱਖਣਾ। ਤੁਹਾਨੂੰ ਲੱਗਦਾ ਕਿ ਆਪਣੇ ਅਹੁਦੇ ਦਾ ਬਹੁਤ ਜ਼ਿਆਦਾ ਦੁਰਵਰਤੋਂ ਕੀਤੀ ਜਾਂਦੀ ਹੈ ਸਿਆਸਤ ਦੇ ਵਿੱਚ? ਹਰ ਇੱਕ ਬੰਦਾ ਆਪਦੀ ਆਪਣੀ ਨੇਚਰ ਦਾ ਹੁੰਦਾ। ਹੂੰ ਕਿਸੇ ਦੀ ਨੇਚਰ ਤੁਸੀਂ ਸੁਧਾਰ ਨਹੀਂ ਸਕਦੇ, ਕਿਸੇ ਨੂੰ ਓਨੈਸਟ ਨਹੀਂ ਬਣਾ ਸਕਦੇ, ਉਹ ਤਾਂ ਨੇਚਰ ਤੇ ਡਿਪੈਂਡ ਕਰਦਾ। ਮੈਂ ਲੱਗ ਕੇ ਜਾਂ ਮੈਂ ਕਿਸੇ ਨੂੰ ਓਨੈਸਟ ਬਣਾ ਦਾਂਗਾ, ਮੈਂ ਇਹਨੂੰ ਕਰਾਂਗਾ। ਪਹਿਲਾਂ ਤਾਂ ਆਪਾਂ ਨੂੰ ਆਪ ਸਹੀ ਕਰਨਾ ਪਊ ਵੀ ਅਸੀਂ ਸਹੀ, ਪਹਿਲਾਂ ਆਪਣੇ ਆਪ ਸਹੀ ਕਰਨਾ ਵੀ ਮੈਂ ਕਿੰਨਾ ਠੀਕ, ਤੇ ਉਹਦੇ ਹਿਸਾਬ ਨਾਲ ਆਪਾਂ ਦੂਜੇ ਨੂੰ ਸਲਾਹ ਦੇ ਸਕਦੇ ਵੀ ਤੂੰ ਭਾਈ ਇਹ ਹੈ। ਇਹ ਚੀਜ਼ਾਂ ਦਾ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਸਹਿਮਤ ਹੋ ਫਿਰ? ਨਵਜੋਤ ਸਿੰਘ ਸਿੱਧੂ ਜੀ ਇਮਾਨਦਾਰ, ਬਹੁਤ ਵਧੀਆ ਉਹਨਾਂ ਨੇ ਪੰਜਾਬ ਮਾਡਲ ਦੇ ਵਿੱਚ ਜੋ ਕੁਝ ਕਿਹਾ ਕੰਮ ਕਰ ਰਹੇ ਆ। ਤੇ ਗੱਲ ਸੁਣੋ, ਗਵਰਨਮੈਂਟ ਬਣਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਕਹਿੰਦੇ ਨੇ ਉਹ ਸੁਧਾਰ ਕਰਨਾ ਚਾਹੀਦਾ। ਜੇ ਆਪਾਂ ਪੰਜਾਬ ਨੂੰ ਰੈਵਨਿਊ ਤੇ ਸਟਰੋਂਗ ਕਰਨਾ, ਕਈ ਚੀਜ਼ਾਂ 'ਚ ਆਪਾਂ ਨੂੰ ਸੁਧਾਰ ਕਰਨਾ ਪੈਣਾ, ਤੇ ਆਪਾਂ ਨੂੰ ਕਿਵੇਂ ਆਪਾਂ ਡਿਵੈਲਪਮੈਂਟ ਕਰਨੀ ਹੈ, ਤੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਬੜੇ। ਜਿੱਥੇ ਕਰਪਸ਼ਨ ਹੈ, ਆਪਾਂ ਕਰਪਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ, ਤੇ ਮਾਈਨਿੰਗ ਨੂੰ ਕਿਵੇਂ ਕੰਟਰੋਲ ਕਰ ਸਕਦੇ, ਇਹ ਚੀਜ਼ਾਂ ਆਪਾਂ ਨੂੰ, ਕਿਉਂਕਿ ਨਾ ਤਾਂ ਮੈਂ ਤਾਂ ਐਮਐਲਏ ਤੌਰ ਤੇ ਕੰਮ ਕਰ ਰਿਹਾ, ਕਈ ਵਾਰ ਜਦੋਂ ਮਹਿਕਮੇ ਬੰਦੇ ਨੂੰ ਮਿਲਦਾ ਜਾਂ ਕੰਮ ਉਹਦਾ ਮਿਲਦਾ, ਤਾਂ ਕਈ ਚੀਜ਼ਾਂ ਦਾ ਉਹ 'ਚ ਆਪਣਾ ਗਿਆਨ ਤਾਂ ਹੀ ਹੁੰਦਾ ਪ੍ਰੋਪਰ, ਤੇ ਜਿਹਨਾਂ ਕੋਲ ਹੱਥ ਕਮਾਂਡ 'ਚ ਹੁੰਦੀ ਹੈ ਉਹ ਚੀਜ਼ ਦਾ ਪਤਾ ਹੁੰਦਾ। ਤੁਹਾਡੀ ਹਾਈ ਕਮਾਂਡ ਕਹਿ ਰਹੀ ਹੈ ਕਿ 3 ਚਿਹਰਿਆਂ ਤੇ ਅਸੀਂ ਤਾਂ ਲੜਾਂਗੇ, ਸਾਡੇ ਕੋਲ ਤਾਂ 3 ਚਿਹਰੇ ਨੇ, ਔਰ ਤੁਹਾਡੀਆਂ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਸਾਨੂੰ ਇਹ ਤਾਂ ਦੱਸੋ ਕਿ 3 ਮੁੱਖ ਮੰਤਰੀ ਬਿਠਾਉਣੇ ਕਿੱਥੇ ਨੇ, ਕੌਣ ਥੱਲੇ ਬੈਠੂਗਾ। ਲਗਾ ਰਹੇ ਨੇ ਕਿ 36000 ਮੁਲਾਜ਼ਮ ਪੱਕੇ ਕੀਤੇ ਜੀ, ਬਿਜਲੀ ਸਸਤੀ ਕੀਤੀ, ਉਹ ਆਪਣਾ ਮਾਡਲ ਪੇਸ਼ ਕਰ ਰਹੇ ਨੇ। ਇੱਕ ਪਾਸੇ ਜਾਖੜ ਸਾਹਿਬ ਨੂੰ ਵੀ ਉਸੇ ਕਤਾਰ ਦੇ ਵਿੱਚ ਖੜਾ ਕਰਕੇ ਦੇਖਿਆ ਜਾ ਰਿਹਾ ਹੈ, ਔਰ 3 ਚਿਹਰਿਆਂ ਦੇ ਨਾਲ ਤੁਹਾਨੂੰ ਲੱਗਦਾ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ? ਕੀ ਹੈ, ਹਲੇ ਡਿਸਾਈਡ ਨਹੀਂ ਹੋਇਆ ਕਿਹੜੀ ਚੀਜ਼, ਹਲੇ ਟਿਕਟਾਂ ਵੀ ਡਿਸਾਈਡ ਹੋਣੀਆਂ ਨੇ ਕਿ ਪਾਰਟੀ ਦਾ ਕੀ ਮੈਨੀਫੈਸਟੋ ਹੈ, ਪਾਰਟੀ ਕੀ ਦੇ ਰਹੀ ਹੈ, ਤੇ ਉਹਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਲਈ ਤੈਅ ਹੋਣੀਆਂ। ਜੀ ਮੈਨੂੰ ਲੱਗਦਾ ਸਾਡਾ ਲੋਕੇਸ਼ਨ ਆ ਗਈ ਹੈ ਜਿੱਥੇ ਆਪਾਂ ਪਹੁੰਚਣਾ ਹੈ, ਤਾਂ ਆਪਣੇ ਕੋਲੇ ਜੀ ਤਾਂ ਅਸੀਂ ਪਹੁੰਚਣ ਵਾਲੇ ਹਾਂ ਔਰ ਦਿਖਾਉਂਦੇ ਹਾਂ, ਕਿਉਂਕਿ ਅੱਗੇ ਲੋਹੜੀ ਦਾ ਪ੍ਰੋਗਰਾਮ ਜਿਹੜਾ ਐਮਐਲਏ ਸਾਹਿਬ ਦੇ ਸਮਰਥਕਾਂ ਦੇ ਵੱਲੋਂ ਰੱਖਿਆ ਗਿਆ, ਔਰ ਉੱਥੇ ਕਿਸ ਤਰ੍ਹਾਂ ਦੇ ਨਾਲ ਪ੍ਰੋਗਰਾਮ ਰੱਖਿਆ ਗਿਆ ਔਰ ਕੀ ਕੁਝ ਅੱਜ ਦੀ ਮੂਵਮੈਂਟ ਰਹਿੰਦੀ ਆ ਉਹ ਦਿਖਾਵਾਂਗੇ। ਕਲੌੜ ਪਿੰਡ 'ਚ ਪਹੁੰਚ ਚੁੱਕੇ ਹਾਂ ਔਰ ਬਸੀ ਪਠਾਣਾ ਦਾ ਇਹ ਪਿੰਡ ਆ, ਔਰ ਇੱਥੇ ਲੋਹੜੀ ਦਾ ਪ੍ਰੋਗਰਾਮ ਕੀਤਾ ਗਿਆ। ਇੱਧਰ ਭੈਣ ਜੀ ਹੋਰੀ ਨੇ, ਸਾਰੇ ਪਰਿਵਾਰਕ ਮੈਂਬਰ ਨੇ, ਔਰ ਐਮਐਲਏ ਸਾਹਿਬ ਉਹਨਾਂ ਨੂੰ ਬਕਾਇਦਾ ਮਿਲਣ ਪਹੁੰਚੇ ਨੇ। ਇੱਕ ਵਾਰ ਦਿਖਾ ਦਿਓ ਜੀ ਕੀ ਕੁਝ ਬਣਾਇਆ ਹੋਇਆ ਔਰ ਅੱਜ ਦੀ ਲੋਹੜੀ ਵਾਸਤੇ। ਪਟਵਾਲੇ ਜੀ ਕੋਸ਼ਿਸ਼ ਹੋਈ ਹੈ, ਪਟਵਾਲਾ ਜੀ ਪਟਵਾਲੇ ਨੇੜੇ ਹੋ ਗਿਆ ਨਾ। ਹਾਂਜੀ ਧੰਨਵਾਦ ਹੋ ਗਿਆ, ਚਲੋ ਹੌਲੀ ਲਵਾ ਦਾਂਗੇ, ਚਿੰਤਾ ਨਾ ਕਰੋ। ਨਹੀਂ ਸਭ ਤੋਂ ਵੈਸੇ ਟੀਚਰ ਟਾਇਰ ਹੋਏ। ਅੱਛਾ ਜੀ, ਠੀਕ ਹੈ ਜੀ। ਤੇ ਜਿਹੜੇ ਟੀਚਰ ਡਿਪਾਰਟਮੈਂਟ ਚ ਹੁੰਦੇ ਨਾ, ਉਹ ਪੜ੍ਹੇ ਲਿਖੇ ਨਾ ਲੈਣੇ ਵੀ ਕਰ ਲਓ, ਕੋਈ ਨਾ ਕੋਈ ਸੈਟਿੰਗ ਹੋ ਜਾਏ। ਬੇਟਾ ਜੀ ਆਪਣਾ ਨਵਦੀਪ ਸਿੰਘ, ਹਾਂ ਟੌਪਰ ਜੀ, ਇਹ ਵੀ ਵਧੀਆ ਗੱਲ। गुड मॉर्निंग। जो जाके तस्वीर सर आए दलितर जाए, दलितर दी जन्नत सर आए दलितर जाए, ਸਭ ਦੇ ਬੇਟੇ ਖੁਸ਼ੀਆਂ ਨਾਲ। ਉਦੋਂ ਤਾਂ ਪਾਵਰ 'ਚ ਸੀਗੇ, ਤੇ ਹੁਣ ਆਹ ਵਾਲੀ ਲੋਹੜੀ ਫਿਰ ਕਿਵੇਂ ਦੇਖਦੇ ਹੋ ਕਿ ਮਤਲਬ ਕੁਝ ਖਾਸ? ਇਹ ਲੋਹੜੀ ਦੇ ਐਕਚੁਅਲੀ ਕੀ ਆ, ਪਹਿਲਾਂ ਵੀ ਨਾ ਤਕਰੀਬਨ ਅਸੀਂ ਇਕੱਠੇ ਹੋ ਕੇ ਲੋਹੜੀ ਜਿੰਨੇ ਵੀ ਤਿਉਹਾਰ ਅਸੀਂ ਇਕੱਠੇ ਮਨਾਉਂਦੇ ਸਾਰੇ ਜੀ। ਜਦੋਂ ਮੈਂ ਐਮਐਲਏ ਬਣਿਆ ਜਾਂ ਐਮਐਲਏ ਬਣਨ ਤੋਂ ਪਹਿਲਾਂ ਵੀ ਨਾ ਸਾਡੀ ਕੋਸ਼ਿਸ਼ ਰਹੀ ਮੈਂ ਆਪਣੇ ਵਰਕਰਾਂ ਦੇ ਨਾਲ ਹੀ ਦੀਵਾਲੀ ਮਨਾਵਾਂ ਤੇ ਵਰਕਰਾਂ ਨਾਲ ਹੀ ਆਪਣਾ ਲੋਹੜੀ ਮਨਾਵਾਂ ਜੀ।
ਤੇ ਵਧੀਆ ਲੱਗਦਾ ਹਮੇਸ਼ਾ ਹੀ ਜੀ। ਘੱਟੋ ਘੱਟ ਐਤਕੀ ਜਿੰਨੇ ਸਾਡੇ ਵਰਕਰ ਸੀ ਪੂਰੇ ਹਲਕੇ ਦੇ ਅਸੀਂ ਦੀਵਾਲੀ ਵੀ ਉਹਨਾਂ ਬਣਾਈ ਤੇ ਐਤਕੀ ਪੂਰੀ ਕੋਸ਼ਿਸ਼ ਲਓ ਮਿਠਾਈ ਖਾਓ ਐਮਐਲਏ ਸਾਹਿਬ। ਵੀ ਲੋਹੜੀ ਵੀ ਰਾਤੀ ਘੱਟੋ ਘੱਟ 11 ਜਗ੍ਹਾ ਲੋਹੜੀ ਬਣਾਈ, ਅੱਜ ਘੱਟੋ ਘੱਟ 9 ਤੇ 10 ਜਗ੍ਹਾ ਲੋਹੜੀ ਬਣਾਉਣੀ ਹੈ। ਕੱਲ ਨੂੰ ਵੀ ਕੱਲ ਲੋਹੜੀ ਦਾ 13 ਤੋਂ ਹੁੰਦੀ ਹੈ ਨਾ, ਪਰ ਕੱਲ ਨੂੰ ਵੀ ਸਾਡੇ ਲੋਹੜੀਆਂ ਬਣਾਉਣੀਆਂ, 15 ਤੋਂ ਲੋਹੜੀਆਂ ਬਣਾਈਆਂ ਜਾ ਰਹੀਆਂ ਤੇ ਲੋਹੜੇ ਬਣਾਈਆਂ ਨੇ ਸਾਰੇ ਹੀ। ਆਪਣਾ ਕਿਸੇ ਕੋਲ 13 ਨੂੰ ਟਾਈਮ ਹੁੰਦਾ ਉਹ 13 ਨੂੰ ਕਰ ਲੈਂਦਾ, ਕਿਸੇ ਨੂੰ 14 ਕੋਲ ਹੁੰਦਾ ਟਾਈਮ। ਇਹ 10 ਤੋਂ ਇਹ ਸਿਲਸਿਲਾ ਚੱਲ ਰਿਹਾ, 10 ਤੋਂ ਸਾਡਾ ਲੋਹੜੀ ਦਾ ਕੰਮ ਸ਼ੁਰੂ ਹੋਇਆ ਤੇ ਇਹ ਘੱਟੋ ਘੱਟ 5-6 ਦਿਨ ਚੱਲਣਾ। ਇਹ ਅੱਗੇ ਲੋਹੜੀ ਤੋਂ ਬਾਅਦ ਵੀ ਚੱਲਦਾ ਰਹੂਗਾ? ਲੋਹੜੀ ਤੋਂ ਬਾਅਦ ਵੀ ਚੱਲਦਾ ਰਹੂਗਾ ਕਿਉਂਕਿ 15 ਪਤਾ ਕੱਲ ਵੀ ਫੰਕਸ਼ਨ ਹੈ, ਕੱਲ ਵੀ ਘੱਟੋ ਘੱਟ 6 ਜਗ੍ਹਾ ਤੇ ਜਾਣਾ ਤੇ ਪਰਸੋਂ ਨੂੰ ਵੀ ਫੰਕਸ਼ਨ ਹੈ ਤੇ ਇਹ ਹੈ ਵੀ ਚਲੋ ਹਫਤਾ ਲੋਹੜੀ ਦਾ ਨਿਕਲ ਜਾਂਦਾ। ਦੀਵਾਲੀ ਵੀ ਅਸੀਂ ਇਦਾਂ ਹੀ ਹਫਤਾ ਮਨਾਉਂਦੇ ਹਾਂ। ਅੱਛਾ, ਮੈਂ ਚਲੋ ਪਰਿਵਾਰ ਨੂੰ ਪੁੱਛ ਲੈਣਾ ਜੀ, ਐਮਐਲਏ ਸਾਹਿਬ ਐਤਕੀ ਆਏ ਨੇ ਲੋਹੜੀ ਮਨਾਉਣ ਕੇ ਪਹਿਲਾਂ ਵੀ ਆਉਂਦੇ ਰਹਿੰਦੇ ਨੇ? ਨਾ ਜੀ, ਇਹ ਤਾਂ ਦਰਵੇਸ਼ ਬੰਦੇ ਨੇ ਸਾਡੇ। ਹਾਂਜੀ। ਇਹ ਤਾਂ ਭਾਵੇਂ ਸਾਡੇ ਨਾ ਛੋਟਾ ਜਿਹਾ ਫੰਕਸ਼ਨ ਹੋਵੇ ਪਹਿਲੇ ਸੱਦੇ ਤੇ ਆਉਂਦੇ ਨੇ ਤੇ ਹੁਣ ਐ ਨਹੀਂ ਪਤਾ ਵੀ ਕਿੰਨੀ ਕੁ ਜਗ੍ਹਾ, ਭਾਵੇਂ 2 ਮਿੰਟ ਆਉਣ, ਪਰ ਧੰਨ ਨੇ ਇਹ, ਧੰਨ ਇਹਨਾਂ ਦੀ ਕਮਾਈ ਵੀ ਇੰਨਾ ਟਾਈਮ ਕਿਵੇਂ ਕੱਢਦੇ ਰਹੇ। ਤਾਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਨੂੰ ਲੱਗਦਾ ਪ੍ਰੈਜ਼ੈਂਸ ਪੂਰੀ ਰਹੀ ਆ? ਹਾਂਜੀ 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 ਹਾਂਜੀ। ਇਹ ਤਾਂ 6 ਵਜੇ ਆ ਕੇ ਦਰਵਾਜ਼ਾ ਖੜਕਾ ਦਿੰਦੇ ਨੇ। ਇਹਨਾਂ ਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਬਹੁਤ ਵਧੀਆ ਐਮਐਲਏ ਨੇ ਸਾਡੇ, ਬਹੁਤ ਡਿਵੈਲਪਮੈਂਟ ਹੋਈ ਆ ਤੇ ਬਹੁਤ ਕੰਮ। ਦਰਵੇਸ਼ ਬੰਦਾ, ਜਿਵੇਂ ਦਰਵੇਸ਼ ਕਹਿੰਦੇ। ਤੁਹਾਡੇ ਪਿੰਡ 'ਚ ਕੀ ਡਿਵੈਲਪਮੈਂਟ ਹੋਈ ਆ? ਸਾਡੇ ਜੀ ਉਰੇ ਕਿਸੇ ਗੱਲ ਦੀ ਕਮੀ ਨਹੀਂ। ਹਾਂਜੀ। ਮੰਡੀ ਵਾਲਾ ਇਸ਼ੂ ਸੀ ਇਹਨਾਂ ਦਾ, ਮੰਡੀ ਦਾ ਬਹੁਤ ਇਸ਼ੂ ਸੀ ਕਿਉਂ ਪਾਣੀ ਬੜਾ ਖੜਦਾ ਸੀਗਾ ਤੇ ਸਾਰੀ ਜਿਹੜੀ ਮੰਡੀ ਦੇਖ ਕੇ ਲੰਘਿਆ ਚੇਅਰਮੈਨ ਸਾਹਿਬ ਘੱਟੋ ਘੱਟ ਤੇ ਬਾਕੀ ਉਹਦੇ ਨਾਲ ਸਲਾਉਣੀ ਜਿਹੜੇ ਸੜਕਾਂ ਨੇ ਸਾਰੀਆਂ ਉਹ ਬਣਵਾਈਆਂ ਨੇ। ਇਹ ਸੜਕਾਂ ਵਾਲੀ ਜਿਹੜਾ ਰੋਡ ਜਿੱਤੇ ਆਪਾਂ 48 ਲੱਖ ਰੁਪਇਆ ਸਾਡੇ ਕੋਲ ਹਾਲ ਵੀ ਪਿਆ ਜਿਹੜਾ ਪ੍ਰਬੰਧ ਵਾਸਤੇ ਲੱਗਣਾ। ਸਟੇਡੀਅਮ ਦਾ ਹੈਗਾ ਜਿੱਥੇ ਪੜ੍ਹ ਲਈ ਮੇਲਾ ਲੱਗਦਾ, ਉਹਦੇ ਚ ਤੁਸੀਂ 20 ਲੱਖ ਰੁਪਏ ਦੇ ਚੁੱਕੇ ਹੋ, 10-10 ਲੱਖ ਹੋਗਾ। ਗਿਆਨੀਦੀਪ ਸਿੰਘ ਦੀ ਜੀ ਬਹੁਤ ਵੱਡੀ ਕੁਰਬਾਨੀ ਸੀ, ਬਹੁਤ ਵੱਡੇ ਰਾਈਟਰ ਸੀ ਤੇ ਬਹੁਤ ਵੱਡੇ ਵਿਦਵਾਨ। ਉਹਨਾਂ ਦਾ ਇਹ ਪਿੰਡ ਹੈ ਤੇ ਉਹਨਾਂ ਦੀ ਯਾਦਗਾਰ ਜੀ ਬਣਾ ਰਹੇ ਆ ਤੇ ਅਜੇ ਰੋਡ ਹੈ, ਰੋਡ ਦੀ ਹਾਲਤ ਬੜੀ ਮਾੜੀ ਸੀ ਪਹਿਲਾਂ। ਹੁਣ ਉਹਨਾਂ ਦੇ ਨਾਂ ਤੇ ਸਾਡੇ ਸਿੰਗਲਾ ਸਾਹਿਬ ਵਿੱਚ ਆਏ ਸੀਗੇ, ਗਿਆਨੀਦੀਪ ਸਿੰਘ ਮਾਰਗ, ਉਹਨਾਂ ਦੇ ਨਾਂ ਤੇ ਰੱਖਿਆ ਗਿਆ, ਜੋ ਕਿ ਬਹੁਤ ਸਰਕਾਰਾਂ ਆਈਆਂ ਪਰ ਇਦਾਂ ਦੀ ਪਹਿਲ ਆਪਾਂ ਕੀਤੀ। ਸਾਡੇ ਜਿਹੜੇ ਸਮਾਜ ਲੋਕ ਸੀਗੇ ਉਹ ਕਹਿੰਦੇ ਸਾਨੂੰ ਇੱਕ ਵਧੀਆ, ਜਿਵੇਂ ਵਿਦਵਾਨ ਸੀ, ਰਾਈਟਰ ਸੀ, ਇੱਕ ਵਧੀਆ ਉਹਨਾਂ ਵਾਸਤੇ ਮਾਰਗ ਰੱਖਿਆ ਗਿਆ। ਉਹ ਇਸ ਗੱਲ ਤੋਂ ਬੜਾ ਖੁਸ਼ ਵੀ ਨੇ। ਸਕੂਲ ਦਾ ਨਾਮ ਵੀ ਗਿਆਨਜੀਤ ਸਿੰਘ। ਜੇ ਕਿਸੇ ਨੇ ਕੋਈ ਕੁਰਬਾਨੀ ਕੀਤੀ ਹੁੰਦੀ ਹੈ ਜਾਂ ਕਿਸੇ ਨੇ ਕੋਈ ਸਿੱਖ ਕੌਮ ਲਈ ਕੀਤਾ, ਜਾਂ ਰਾਈਟਰ ਬਣੇ ਦਾ ਵਿਦਵਾਨ ਸੀਗੇ, ਤੇ ਉਹਨਾਂ ਲਈ ਕਮ ਸੇ ਕਮ ਆਪਾਂ ਉਹਨਾਂ ਨੂੰ ਯਾਦ ਰੱਖਣ ਲਈ ਕੁਝ ਨਾ ਕੁਝ ਮਾਰਗ ਦਾ ਨਾਮ ਰੱਖਿਆ, ਜਾਂ ਉਹਨਾਂ ਦੀ ਯਾਦਗਾਰ ਜਿਵੇਂ ਗਰਾਊਂਡ ਹੈ, ਅਸੀਂ ਆਉਣ ਵਾਲੇ ਟਾਈਮ 'ਚ ਉਹਦਾ ਗਰਾਊਂਡ ਵੀ ਉਹਨਾਂ ਦਾ ਯਾਦ ਨਾਮ ਰੱਖਾਂਗੇ ਪਿੰਡ। ਵਾਹ ਜੀ ਵਾਹ ਜੀ। ਹੈਲੋ ਜੀ। ਨਿਗਾਹ ਟਕਾਈ ਬੈਠਾ ਪੂਰੀ। ਆਈ ਬਹੁਤ ਸੋਹਣੀਆਂ, ਬਹੁਤ ਸੋਹਣੀਆਂ ਨੇ। ਓਏ ਨੋ 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 ਨੋ, ਉਹ ਬਹੁਤ ਗਰਮੀ ਲੱਗਦਾ ਨਾ, ਸੇਕ ਬਹੁਤ ਜ਼ਿਆਦਾ ਨਾ ਉਧਰੋਂ। ਹੈਲੋ ਹੈਲੋ, ਮੈਂ ਤਾਂ ਹੀ ਬਾਹ ਫੜ ਲਈ। ਓਏ ਓਏ ਓਏ, ਉਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਉਹ ਮਾਸਕ ਵਿੱਚ ਦੇਖ ਰਿਹਾ ਵੀ ਇਹ ਪਹਿਲਾ ਬੰਦਾ ਇਦਾਂ ਦਾ ਦੇਖਿਆ ਨਾ। ਵੈਰੀ ਗੁੱਡ। ਵੀ ਇਹਦੇ ਨਾਲ ਨਾਕਾਂ ਨਾਲ ਬੋਲ ਹੈ। ਹੈਲੋ ਹੈਲੋ। Hello, 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 hello. Thank you. Hello, 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 hello. ਅੱਖਾਂ ਬਹੁਤ ਸੋਹਣੀਆਂ ਬੱਚੇ ਦੀ। ਤਾਂ ਅਸੀਂ ਇਸ ਵੇਲੇ ਸ਼ਹਿਰ ਖਮਾਣੋ ਦੇ ਵਿੱਚ ਹਾਂ ਔਰ ਇਹ ਐਮਐਲਏ ਸਾਹਿਬ ਦਾ ਆਖਰੀ ਪ੍ਰੋਗਰਾਮ ਹੈ ਅੱਜ ਦੇ ਦਿਨ ਦਾ ਅਟੈਂਡ ਕਰਨ ਦਾ। ਔਰ ਜਿਵੇਂ ਅਸੀਂ ਸ਼ੁਰੂ 'ਚ ਵੀ ਦੱਸਿਆ ਸੀ ਕਿ ਕੁਝ
ਹਦਾਇਤਾਂ ਜਾਰੀ ਹੋਈਆਂ ਨੇ ਖਾਸ ਕਰਕੇ ਲੀਡਰਾਂ ਦੇ ਲਈ, ਉਮੀਦਵਾਰਾਂ ਦੇ ਲਈ, ਕਿ ਤੁਸੀਂ ਰੋਡ ਸ਼ੋਅ ਨਹੀਂ ਕਰ ਸਕਦੇ, ਤੁਸੀਂ ਬਹੁਤੇ ਲੋਕਾਂ ਦੇ ਨਾਲ ਡੋਰ ਟੂ ਡੋਰ ਨਹੀਂ ਜਾ ਸਕਦੇ। ਔਰ ਇਹਨਾਂ ਦੇ ਨਾਲ 2 ਬੰਦੇ ਸੀ ਔਰ 2 ਬੰਦੇ ਅਸੀਂ ਸੀ, ਇੱਕ ਡਰਾਈਵਰ ਸਾਹਿਬ ਕੋਲ 5 ਬੰਦੇ ਹੀ ਸੀ, ਜਿਵੇਂ ਚੋਣ ਦਫ਼ਤਰ ਦੀਆਂ ਹਦਾਇਤਾਂ ਹੈਗੀਆਂ ਇਲੈਕਸ਼ਨ ਕਮਿਸ਼ਨ ਦੀਆਂ। ਔਰ MLA ਸਾਹਿਬ, ਅੱਜ ਦਾ ਇਹ ਆਖਰੀ ਪ੍ਰੋਗਰਾਮ ਹੈ, ਮੈਂ ਠੀਕ ਆ? ਹੈਗੇ 2 ਪ੍ਰੋਗਰਾਮ ਵਾਲੇ। ਅੱਛਾ, ਹਾਂ, ਤੇ ਚਲੋ ਇੱਥੋਂ ਦਾ ਆਖਰੀ ਹੈ। ਹਾਂਜੀ, ਕਮਾਂਡ ਲੱਗ ਗਿਆ ਇੱਧਰ ਦਾ ਆਖਰੀ ਆ। ਤਾਂ ਇੱਧਰ ਭਾਈ ਸਾਹਿਬ ਵੀ ਹੈਗੇ ਨੇ, ਕੁਛ ਇਹਨਾਂ ਦਾ ਇੱਕ ਲਾਸਟ ਓਪੀਨੀਅਨ ਲੈ ਲਈਏ। ਅਸੀਂ ਪੂਰੇ ਦਿਨ ਦੇ ਕਵਰ ਕਰ ਰਹੇ ਹਾਂ ਜੀ ਅੱਜ MLA ਸਾਹਿਬ ਨੂੰ, ਦੇਖ ਰਹੇ ਹਾਂ ਕਿ ਚੋਣ ਮੂਵਮੈਂਟ ਕਿਵੇਂ ਚੱਲ ਰਹੀ ਹੈ, ਕਿਵੇਂ ਲੋਕਾਂ ਦੇ ਨਾਲ ਮਿਲਿਆ ਜਾ ਰਿਹਾ। ਜੇਕਰ ਮੈਂ ਤੁਹਾਡੀ ਜ਼ੁਬਾਨੀ ਜਾਣਾ ਤਾਂ ਇਹਨਾਂ ਦੇ ਵੱਲੋਂ ਕੀਤੇ ਹੋਏ ਕੰਮ, ਪਿਛਲੇ 5 ਸਾਲ ਦੇ ਕੰਮ ਨੂੰ ਕਿਵੇਂ ਦੱਸੋਗੇ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ? ਇਹ ਮੇਰੀ ਸੋਚ ਮੁਤਾਬਕ ਤਾਂ ਸਾਡੇ ਮਤਲਬ ਪੰਜਾਬ ਵਿੱਚ ਵਿਕਾਸ ਬਹੁਤ ਹੋਇਆ, ਪਰ ਸਾਡਾ ਜਿਹੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਬਸੀ ਹਲਕਾ, ਇਹਦਾ ਕੁਝ ਬਾਕੀ ਹਲਕੇ ਨੂੰ ਵਾਧੇ ਹੋਇਆ। ਚਾਹੇ ਇਹਨਾਂ ਦੀ ਆਪਣੀ ਕੋਸ਼ਿਸ਼ ਲਾ ਲਓ ਕਿ ਜਿੰਨੇ ਵੀ ਫੰਡ ਹਰ ਖੇਤਰ ਦੇ, ਭਾਵੇਂ ਜਿਹੜੇ ਹੁਣ, ਭਾਵੇਂ ਸਕੂਲ ਹੁਣ, ਭਾਵੇਂ ਧਰਮ ਸਭਾ ਹੋਣ, ਪਰ ਹਰ ਖੇਤਰ ਦਾ ਵਿਕਾਸ ਕਰੇ। ਤੇ ਜਿਹੜੇ ਲੋਕਾਂ ਦੇ ਨੀਲੇ ਕਾਰਡ, ਮਤਲਬ ਜਿਹੜੇ ਜਿੱਥੇ ਜੇ ਲੋੜ ਹੈ ਉੱਥੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਾਫੀ ਜ਼ਿਆਦਾ, ਕੋਈ ਜਿੰਨੇ ਛੱਡੀ ਆਪਣੇ ਵੱਲੋਂ। ਤੇ ਬਾਕੀ ਤਾਂ ਦੁਨੀਆਦਾਰੀ ਹੈ, ਇੰਨੇ ਲੋਕ ਸਾਰੇ ਕੰਮ ਹੋਏ ਵੀ ਨਹੀਂ ਕਰਦੇ, ਨਾ ਇੰਨੇ ਲੋਕ ਖੁਸ਼ ਹੁੰਦੇ ਜੀ। ਤੇ ਬਾਕੀ ਜਿੰਨੇ ਮਰਜ਼ੀ ਕੰਮ ਕਰ ਲਓ, ਵਿਰੋਧੀ ਆ ਤੁਹਾਡੇ ਤੇ ਕੋਈ ਨਾ ਕੋਈ ਦੋਸ਼ ਹੋਣਾ। ਤੁਹਾਨੂੰ ਇਸ ਚੀਜ਼ ਦਾ ਲੱਗਦਾ ਕਿ ਚੋਣ ਕਮਿਸ਼ਨ ਦੇ ਵੱਲੋਂ ਠੀਕ ਹੈ, ਬਿਮਾਰੀ ਹੈ, ਚਲੋ ਉਹਦੇ ਨਾਲ ਤਾਂ ਕੋਈ ਲੜਿਆ ਨਹੀਂ ਜਾ ਸਕਦਾ, ਪਰ ਜਿਸ ਤਰੀਕੇ ਦੀਆਂ ਹਦਾਇਤਾਂ ਲੀਡਰਾਂ ਵਾਸਤੇ ਜਾਰੀ ਹੋਈਆਂ, ਤੁਹਾਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਕਿਸੇ ਵੀ ਪਾਰਟੀ ਦੇ ਲਈ ਜਾਣੀ ਨੁਕਸਾਨ ਕਰ ਸਕਦੀਆਂ, ਜਾਂ ਕਿਤੇ ਨਾ ਕਿਤੇ ਇਹ ਔਖਾ ਹੋ ਸਕਦਾ ਪ੍ਰਚਾਰ ਕਰਨਾ? ਨਹੀਂ, ਇਹ ਤਾਂ ਚਲੋ ਕੁਦਰਤੀ ਆਫਤ ਆ ਗਈ ਕਰੋਨਾ ਵਾਲੀ, ਇਹ ਤੋਂ ਕਿਉਂਕਿ ਮੈਂ ਤਾਂ ਇਹ ਕਰੋਨਾ ਦਾ ਬਾਈ ਸੰਤਾਪ ਪੜਾਇਆ। ਤੇ ਜਿਹਨੇ ਚਲੋ ਸਰਕਾਰ, ਮੈਂ 3 ਮਹੀਨੇ ਕਰੋਨਾ ਪੀੜਤ ਰਿਹਾ, ਮੈਂ ਮੌਤ ਵੀ ਕੋਲੋਂ ਦੇਖੀ ਹੈ। ਤੇ ਮੈਂ ਤਾਂ ਕਹੂੰਗਾ ਕਿ ਚਲੋ ਜਿਹੜੀਆਂ ਡਾਇਰੈਕਸ਼ਨ ਹੈ ਮੈਡੀਕਲ ਲਾਈਨ ਦੀਆਂ, ਡਾਕਟਰਾਂ ਦੀਆਂ, ਉਹਨੂੰ ਸਾਨੂੰ ਫੋਲੋ ਕਰਨਾ ਬਣਦਾ, ਸਰਕਾਰ ਦੇ ਫੈਸਲੇ ਨੂੰ ਫੋਲੋ ਕਰਨਾ ਬਣਦਾ। ਕਿ ਜਿਹੜੀਆਂ ਮਤਲਬ ਆਮ ਰੈਲੀਆਂ ਤੇ ਚਲੋ ਜਿਹੜੀ ਕੋਈ ਪਾਬੰਦੀ ਹੈ, ਉਹ ਕੁਛ ਹੱਦ ਤੱਕ ਠੀਕ ਵੀ ਹੈ, ਕਿਉਂਕਿ ਬਾਕੀ ਤਾਂ ਇਹਦੇ ਜੇ ਨਾ ਵੀ ਤੇ ਜਾਣ, ਮੇਰੇ ਖਿਆਲ ਨਾਲ ਸੁੱਖ ਜਿੱਤ ਸਕਦਾ ਮੇਰੇ ਮੁਤਾਬਕ। ਜੇ ਕੰਪੇਨ ਨਾ ਵੀ ਕਰਨਾ ਤਾਂ ਵੀ ਜਿੱਤ ਸਕਦੇ। ਬਹੁਤ ਵੱਡਾ ਭਰੋਸਾ ਹੈ MLA ਸਾਹਿਬ ਤੁਹਾਡੇ ਤੇ। ਤੇ ਅਗਲੇ 5 ਸਾਲਾਂ ਵਾਸਤੇ ਕੀ ਕਰੋਗੇ ਆਪਣੇ ਹਲਕੇ ਦੇ ਲਈ? ਇੱਕ ਲਾਸਟ ਸਵਾਲ ਹੈ ਤੁਹਾਡੇ ਲਈ, ਉਸ ਤੋਂ ਬਾਅਦ ਅਸੀਂ ਇਜਾਜ਼ਤ ਲਵਾਂਗੇ। ਔਰ ਕੀ ਕਰੋਗੇ 5 ਸਾਲ ਅਗਲੇ? ਤੁਹਾਨੂੰ ਜੇਕਰ ਇਹ ਹਲਕਾ ਬਸੀ ਪਠਾਣਾ ਤੁਹਾਨੂੰ ਅਗਲੇ 5 ਸਾਲ ਸੇਵਾ ਦਾ ਮੌਕਾ ਦੇ ਦਿੰਦਾ, ਜਿਵੇਂ ਤੁਸੀਂ ਕਹਿੰਦੇ ਹੋ, ਤਾਂ ਫਿਰ ਕੀ ਕਰਨਾ? ਜਿਵੇਂ ਵਾਈਸ ਚੇਅਰਮੈਨ ਸਾਹਿਬ ਤੁਹਾਡੇ ਜਿਹਦਾ ਪ੍ਰਸ਼ਨ ਦੱਸਿਆ, ਜੀ ਡਿਵੈਲਪਮੈਂਟ ਹੋਈ ਹੈ, ਪਰ ਡਿਵੈਲਪਮੈਂਟ ਦੇ ਨਾਲ ਕੁਝ ਕਮੀਆਂ ਵੀ ਰਹਿ ਜਾਂਦੀਆਂ ਨੇ। ਸਾਰਾ ਪੂਰਨ ਠੀਕ ਹੋਣਾ, ਪੂਰਨ ਡਿਵੈਲਪਮੈਂਟ ਨਹੀਂ ਹੋਈ, ਪਰ ਕਦੇ ਰਹਿ ਵੀ ਜਾਂਦਾ ਕੰਮ। ਹਾਲੇ ਮੇਰੀ ਨਜ਼ਰ 'ਚ ਕੁਝ ਹੈਗੀਆਂ ਕਮੀਆਂ, ਉਹ ਮੈਂ ਜਿਹੜਾ ਪਰਮਾਤਮਾ ਕਰੇ ਅੱਜ ਜਿਹੜੀਆਂ ਚੋਣਾਂ ਆ ਰਹੀਆਂ, ਮੈਂ ਜਿੱਤ ਕੇ ਵਿਧਾਨ ਸਭਾ ਜਾਵਾਂ ਤੇ ਪਰਮਾਤਮਾ ਮੇਰੇ 'ਤੇ ਕਿਰਪਾ ਕਰੇ, ਸਾਡੀ ਸਰਕਾਰ ਬਣੇ ਤੇ ਆਉਣ ਵਾਲੇ ਟਾਈਮ 'ਚ ਜਿੰਨਾ ਵੀ ਪ੍ਰੋਗਰੈਸ ਦਾ ਕੰਮ ਹੈ ਮੈਂ ਹੋਰ ਕਰਾਂ। ਤੇ ਕਿਉਂਕਿ ਕਹਿੰਦੇ ਜਿਹੜੀ ਤਰੱਕੀ ਦੀ ਸੀਮਾ ਹੈ, ਕੰਮ ਦੀ ਸੀਮਾ ਹੈ, ਇਹ ਕਦੇ ਖਤਮ ਨਹੀਂ ਹੁੰਦੀ। ਜਦੋਂ ਕੰਮ 2 ਕਰਦੇ ਆ ਤਾਂ 2 ਬਾਕੀ ਵੀ ਰਹਿ ਜਾਂਦੇ ਆ, ਤੇ 2 ਕਰਦੇ ਦੂਜੇ ਵੀ ਨਿਬੇੜ ਦਿੰਦੇ ਆ, ਉਹ ਵੀ ਬਾਕੀ ਰਹਿ ਜਾਂਦੇ। ਤੇ ਕੰਮ ਦੀ ਕੋਈ ਸੀਮਾ ਨਹੀਂ, ਜਦ ਤੱਕ ਜ਼ਿੰਦਗੀ ਹੈ, ਜਦ ਤੱਕ ਇਹ ਸੀਮਾ ਨਹੀਂ ਖਤਮ ਹੋ ਸਕਦੀ, ਜਦ ਤੱਕ ਕੋਈ ਨਾ ਕੋਈ ਡਿਵੈਲਪਮੈਂਟ ਦੇ ਕੰਮ ਨਿਕਲਦੇ ਜਾਣੇ ਆ ਤੇ ਆਪਾਂ ਕਰਦੇ ਜਾਣੇ ਆ। ਤੇ ਬਸ ਮੈਂ ਇਹੀ ਉਮੀਦ ਹੈ ਆਪਾਂ ਨੂੰ, ਪਰਮਾਤਮਾ ਮੇਰੇ ਤੇ ਬਖਸ਼ਿਸ਼ ਕਰੇ, ਮੈਂ MLA ਬਣਾ। ਜਿਹੜੇ ਮੇਰੇ ਦਿਲ 'ਚ ਹੋਰ ਕਈ ਉਹ ਨੇ, ਜਿਵੇਂ ਗੱਲ ਮੈਂ ਕੀਤੀ ਹੈ ਕੱਚੇ ਮਕਾਨਾਂ ਦੀ, ਮਕਾਨਾਂ ਕਿਉਂਕਿ ਬਹੁਤ ਜ਼ਿਆਦਾ ਗਰੀਬੀ ਰੇਖਾ ਸਾਡੇ ਕਈ ਪਰਿਵਾਰ ਰਹਿੰਦੇ ਆ। ਮੈਂ ਆ ਮੀਂਹ ਦੇ ਦੌਰਾਨ ਘੱਟੋ ਘੱਟ 25 ਤੋਂ 30 ਪਿੰਡਾਂ 'ਚ ਗਿਆ, ਜੇ 25 ਤੋਂ 30 ਪਿੰਡਾਂ 'ਚ ਮੈਂ ਦੇਖਿਆ ਕਈ ਵਿਚਾਰੇ ਕੋਈ ਪ੍ਰਾਤ ਰੱਖ ਕੇ ਆਪਦਾ ਜੀਵਨ ਬਤੀਤ ਕਰ ਰਿਹਾ, ਵੀ ਚੋਵੇ ਨਾ ਵੀ ਕਰੇ ਨਾ। ਕੋਈ ਨੇ ਕੌਲੀਆਂ ਰੱਖੀਆਂ, ਕਿਸੇ ਨੇ ਪ੍ਰਾਤਾਂ ਰੱਖੀਆਂ ਨੇ। ਕਹਿਣ ਦਾ ਮਤਲਬ ਬੜਾ ਔਖਾ ਮੈਨੂੰ ਲੱਗਿਆ ਕਿ ਮੈਂ ਇਹਨਾਂ ਲਈ, ਕਿਉਂਕਿ ਜੇ 15 ਆਪਾਂ ਫਾਰਮ ਭਰਦੇ ਹਾਂ, 15 'ਚ ਮਸੋਂ ਹੀ 2 ਲਿਆਉਂਦੇ ਆ, 13 ਫੇਰ ਆ ਜਾਂਦੇ ਆ। ਮੈਂ ਤਾਂ ਇਹ ਸੋਸਾਇਟੀ ਨੂੰ ਅਪੀਲ ਕਰਾਂਗਾ, ਵਾਰ-ਵਾਰ ਅਪੀਲ ਕਰਦਾ ਵੀ ਜਿੰਨੇ ਵੈਲ ਆਫ ਬੰਦੇ ਆ, ਜਿਹੜੇ ਫਾਲਤੂ ਖਰਚਾ ਕਰਦੇ ਆ, ਤੇ ਫਾਲਤੂ ਖਰਚਾ ਕੰਟਰੋਲ ਕਰਕੇ ਇਹ ਗਰੀਬ ਲੋਕਾਂ ਦੇ ਆਪਾਂ ਮਕਾਨ ਬਣਾਈਏ, ਤੇ ਉਹ ਕਮ ਸੇ ਕਮ ਉਹਨੂੰ ਛੱਤ ਹੋਵੇ। ਛੱਤ ਸਾਰਿਆਂ ਨੂੰ ਜ਼ਰੂਰੀ ਹੈ। ਤੇ ਕਈ ਪਿੰਡਾਂ ਜਾ ਕੇ ਬੜਾ ਦੁੱਖ ਲੱਗਦਾ ਵੀ ਆਪਾਂ ਇਹ ਚੀਜ਼ ਨਹੀਂ ਕਰ ਸਕਦੇ। ਮੈਂ ਆਉਣ ਵਾਲੇ ਟਾਈਮ 'ਚ ਜਿਹੜਾ ਮੇਰਾ ਇਹ ਚੀਜ਼ ਹੈ ਵੀ ਕੱਚੇ ਮਕਾਨਾਂ ਦੇ ਜਿਹੜੇ ਗਰੀਬ ਵਿਚਾਰੇ ਹੈਗੇ, ਜਿਨ੍ਹਾਂ ਕੋਲ ਪਲਾਟ ਨਹੀਂ ਗਾ, ਤੇ ਉਹਨਾਂ ਦੀ ਆਪਣੇ, ਕਿਉਂਕਿ ਇਕੱਲਾ ਕੁਝ ਨਹੀਂ ਕਰ ਸਕਦਾ ਮੈਂ, ਆਪਣੇ ਦੋਸਤ ਮਿੱਤਰ ਜਿਹੜੇ ਬੜੇ ਵੈਲ ਆਫ ਬੰਦੇ ਆ, ਜਿਨ੍ਹਾਂ ਕੋਲ ਵੱਡੀ ਵੱਡੀ ਇੰਡਸਟਰੀ ਹੈ, ਜਿਹੜੇ ਬਹੁਤ ਦਾਨੀ ਸੱਜਣ ਹੈ, ਮੈਂ ਇਹ ਅਪੀਲ ਕਰਾਂਗਾ ਵੀ ਜਿੰਨੇ ਪੰਜਾਬ
ਜਿਹੜੇ ਪੰਜਾਬ 'ਚ ਜਾਂ ਬਾਹਰੋਂ ਕੋਈ ਅਮੀਰ ਬੰਦੇ ਆ, ਇਹ ਆਪਣੇ ਪਿੰਡ ਦਾ ਤੇ ਆਪਣੇ ਲੋਕਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਤਾਂ ਕਿ ਆਪਾਂ ਆਪਣਾ ਪਿੰਡ ਜਿਹੜਾ ਛੱਤ ਤੋਂ ਬਿਨਾਂ ਰਵੇ ਤੇ ਹਰ ਪਿੰਡ 'ਚ ਕੋਈ ਨਾ ਕੋਈ ਇਹ ਦੁਖੀ ਨਾ ਹੋਵੇ। ਆਉਣ ਵਾਲੇ 'ਚ ਇਕੱਠੇ ਹੋ ਕੇ ਆਪਾਂ ਜਿਹਦੀ ਛੱਤ ਬਣਾਈਏ ਤੇ ਉਹਦਾ ਘਰ ਬਣਾਈਏ, ਉਹ ਆਰਾਮ ਨਾਲ ਰਹਿ ਸਕੇ। ਐਮਐਲਏ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਅਸੀਂ ਆਪਣੇ ਵੱਲੋਂ ਤੁਹਾਨੂੰ, ਕਿਉਂਕਿ ਤੁਸੀਂ 2 ਵਾਰ ਇਸ ਗੱਲ ਦਾ ਜ਼ਿਕਰ ਕਰਤਾ, ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਜੇਕਰ ਅਗਲੀ ਵਾਰ ਤੁਸੀਂ ਦੁਬਾਰਾ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਹੋ ਤੇ ਸ਼ੁਰੂਆਤ ਤੁਸੀਂ ਕਰਿਓ, ਤੁਸੀਂ ਇਹਦੀ ਕੰਪੇਨ ਸ਼ੁਰੂ ਕਰਿਓ ਔਰ ਨਾਲ ਹੀ ਸ਼ੁਰੂਆਤ ਕਰਿਓ। ਤਾਂ ਇਹ ਸਨ ਸਾਡੇ ਨਾਲ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਪਾਰਟੀ ਦੇ ਵੱਲੋਂ ਸੀ, ਰੂਲਿੰਗ ਪਾਰਟੀ ਦੇ ਵੱਲੋਂ ਸੀ, ਔਰ ਲੋਕਾਂ ਨੂੰ ਉਮੀਦਾਂ ਹੋਰ ਵੀ ਵੱਧ ਜਾਂਦੀਆਂ ਹੁੰਦੀਆਂ। ਔਰ ਅੱਜ ਦਾ ਦਿਨ ਅਸੀਂ ਇਹਨਾਂ ਨਾਲ ਬਿਤਾਇਆ ਔਰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨਾਲ ਕਿਸ ਤਰੀਕੇ ਦੇ ਨਾਲ ਮਿਲਣ ਵਰਤਨ ਹੈ ਇਹਨਾਂ ਹਦਾਇਤਾਂ ਦੇ ਚੱਲਦਿਆਂ। ਔਰ ਲੋਕ ਭਰੋਸਾ ਕਰਦੇ ਨੇ ਕਿ ਜੇਕਰ ਸਾਨੂੰ ਅਗਲਾ ਵਿਧਾਇਕ ਚਾਹੀਦਾ ਤਾਂ ਗੁਰਪ੍ਰੀਤ ਜੀਪੀ ਚਾਹੀਦਾ। ਪਰ ਜਿਸ ਤਰੀਕੇ ਦੇ ਨਾਲ ਓਵਰਆਲ ਪੰਜਾਬ ਦੀ ਗੱਲ ਕਰੀਏ ਤਾਂ ਓਵਰਆਲ ਪੰਜਾਬ ਦੇ ਸਰਕਮਸਟੈਂਸਸ ਰੋਜ਼ ਬਦਲਦੇ ਨੇ, ਰੋਜ਼ ਸਮੀਕਰਨ ਬਦਲਦੇ ਨੇ, ਔਰ ਕਾਂਗਰਸ ਦੀ ਲਿਸਟ ਵੀ ਜਾਰੀ ਹੋਣੀ ਹੈ। ਉਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਦੀ ਕਿਸਮਤ ਦੁਬਾਰਾ ਜਾਗਦੀ ਹੈ ਜਾਂ ਨਹੀਂ ਜਾਗਦੀ, ਇਹ ਦੇਖਣਾ ਲਾਜ਼ਮੀ ਹੋਏਗਾ। ਔਰ ਉਸ ਤੋਂ ਬਾਅਦ ਬਸੀ ਪਠਾਣਾ ਦੇ ਲੋਕ ਇਹਨਾਂ ਤੇ ਭਰੋਸਾ ਕਰਦੇ ਨੇ ਜਾਂ ਨਹੀਂ ਕਰਦੇ, ਉਹ ਵੀ ਦੇਖਣਾ ਲਾਜ਼ਮੀ ਰਹੇਗਾ। ਦਿਓ ਇਜਾਜ਼ਤ, ਧੰਨਵਾਦ।